Hello, dear aspirants. I welcome you all in this beautiful platform of Burma Academy. So, as you all ਤੁਸੀਂ ਜਿਹੜਾ ਇਸ ਪਲੇਟਫਾਰਮ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਤੁਹਾਨੂੰ ਜਿਹੜਾ ਇਹ ਚੀਜ਼ ਪਤਾ ਲੱਗ ਗਈ ਹੋਣੀ ਕਿ ਇਸ ਪਲੇਟਫਾਰਮ ਦੇ ਉੱਤੇ ਤੁਹਾਡੇ ਲਈ ਹਰ ਇੱਕ ਸਬਜੈਕਟ ਦੀਆਂ ਜਿਹੜੀਆਂ ਫ੍ਰੀ ਆਫ ਕਾਸਟ ਕਲਾਸਿਸ ਹੈ ਉਹ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਭਾਵੇਂ ਕਿ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਜਿਹੜਾ ਆਪਣਾ ਜੋ ਵੀ ਸਿਲੇਬਸ ਤੁਹਾਨੂੰ ਇੱਥੇ ਕਰਵਾਇਆ ਜਾ ਰਿਹਾ ਉਹ ਬੈਨੀਫੀਸ਼ੀਅਲ ਹੋਏਗਾ ਇੰਗਲਿਸ਼ ਪੋਰਸ਼ਨ ਦੀ ਗੱਲ ਕਰੀ ਜਾਵੇ ਤਾਂ ਇੰਗਲਿਸ਼ ਵੋਕੈਬ ਦੇ ਵਿੱਚ ਵੀ ਤੁਹਾਡੀਆਂ ਕਲਾਸਿਸ ਆ ਜਿਹੜੀਆਂ ਰੈਗੂਲਰ ਚੱਲ ਹੀ ਰਹੀਆਂ ਤੇ ਇੰਗਲਿਸ਼ ਗ੍ਰਾਮਰ ਦੀਆਂ ਜਿਹੜੀ ਆਪਾਂ ਕਾਫੀ ਕਨਸੈਪਟ ਹੈ ਜਿਹੜੇ ਉਹ ਕਰ ਚੁੱਕੇ ਹਾਂ ਤੇ ਪਿਛਲੀ ਜਿਹੜੀ ਕਲਾਸ ਤੁਹਾਡੀ ਹੋਈ ਸੀ ਤਾਂ ਆਪਾਂ ਆਰਟੀਕਲਸ ਦੀ ਜਿਹੜੀ ਕਲਾਸ ਸੀ ਉਹ ਡਿਸਕਸ ਕੀਤੀ ਸੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਆਰਟੀਕਲ ਦੇ ਕਨਸੈਪਟ ਹੈ ਜਿਹੜੇ ਤੁਹਾਡੇ ਲਗਭਗ ਆਪਾਂ ਸਾਰੇ ਕਰ ਲਏ ਸੀ ਤੇ ਅੱਜ ਜਿਹੜੀ ਤੁਹਾਡੀ ਆਰਟੀਕਲ ਦੀ ਕਲਾਸ ਹੈ ਉਹ ਫੋਰਥ ਕਲਾਸ ਹੈ ਜੀ ਆਪਾਂ ਡਿਸਕਸ ਕਰਾਂਗੇ ਕੁਝ ਪ੍ਰੈਕਟਿਸ ਕੁਐਸਚਨਸ ਜਿਨ੍ਹਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ ਆਪਣੇ ਜਿੰਨੇ ਵੀ ਰੂਲ ਆਪਾਂ ਪਿਛਲੀਆਂ ਕਲਾਸਿਸ 3 ਕਲਾਸਿਸ ਦੇ ਵਿੱਚ ਡਿਸਕਸ ਕੀਤੇ ਆਰਟੀਕਲਸ ਦੇ ਉਹਨਾਂ ਨੂੰ ਅਪਲਾਈ ਕਰਕੇ ਦੇਖਣਾ ਚੈੱਕ ਕਰਨਾ ਕਿ ਕਿੰਨਾ ਵਾਲੇ ਰੂਲਸ ਦੇ ਵਿੱਚ ਤੁਹਾਨੂੰ ਜਿਹੜਾ ਡਾਊਟ ਹੈ ਜਾਂ ਤੁਹਾਨੂੰ ਜਿਹੜਾ ਹੈਗਾ ਕਨਸੈਪਟ ਦੁਆਰਾ ਕਰਨ ਦੀ ਲੋੜ ਪੈਣੀ ਹੈ ਹਾਂਜੀ ਤਾਂ ਆਰਟੀਕਲਸ ਦੇ ਬੇਸਿਕ ਕਨਸੈਪਟ ਹੈ ਜਿਹੜੇ ਆਪਾਂ ਡਿਸਕਸ ਕਰ ਚੁੱਕੇ ਹਾਂ ਅੱਜ ਤੁਹਾਡੀ ਪ੍ਰੈਕਟਿਸ ਕਲਾਸ ਹੈ ਸੋ ਪ੍ਰੈਕਟਿਸ ਕੁਐਸਚਨ ਹੈ ਜਿਹੜੇ ਤੁਸੀਂ ਆਪਣੇ ਆਪ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਸੈਕੰਡ ਟਾਈਮ ਜਿਹੜਾ ਹੈਗਾ ਮੈਂ ਤੁਹਾਨੂੰ ਜਿਹੜਾ ਆਨਸਰ ਹੈ ਉਹ ਦੱਸ ਹੀ ਦਿਆ ਕਰਾਂਗੀ ਹਾਂਜੀ ਤੇ ਤੁਹਾਨੂੰ ਟਾਈਮ ਦਿੱਤਾ ਜਾਏਗਾ ਹਰ ਇੱਕ ਕੁਐਸਚਨ ਲਈ 10 ਸੈਕਿੰਡ ਹੈ ਜਿਹੜੇ ਤੁਹਾਨੂੰ ਦਿੱਤੇ ਜਾਣਗੇ ਤੇ ਤੁਸੀਂ ਕੁਐਸਚਨ ਸੋਲਵ ਕਰੋਗੇ ਦੈਨ ਜਿਹੜਾ ਤੁਹਾਨੂੰ ਆਨਸਰ ਇੱਥੇ ਦੱਸ ਦਿੱਤਾ ਜਾਏਗਾ ਤਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਬਾਰੇ ਥੋੜਾ ਜਿਹਾ ਦੱਸ ਦਿੱਤਾ ਜਾਵੇ ਤਾਂ ਟੈਲੀਗ੍ਰਾਮ ਗਰੁੱਪ ਦਾ ਜਿਹੜਾ ਆਪਣਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਜੁਆਇਨ ਕਰ ਸਕਦੇ ਹੋ ਸੈਕੰਡ ਤੁਹਾਡਾ ਇੱਥੇ ਕੀ ਹੁੰਦਾ ਤੁਹਾਨੂੰ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਫਿਰ ਚਾਹੇ ਉਹ ਕਿਸੇ ਗਵਰਨਮੈਂਟ ਐਗਜ਼ਾਮ ਨਾਲ ਰਿਲੇਟਡ ਹੋਵੇ ਜਾਂ ਫਿਰ ਤੁਹਾਡੀ ਕਿਸੇ ਕਲਾਸ ਨਾਲ ਰਿਲੇਟਡ ਹੋਵੇ ਤੇ ਤੁਹਾਡੇ ਕਿਸੇ ਪੇਪਰ ਨਾਲ ਰਿਲੇਟਡ ਹੋਵੇ ਸੈਕੰਡ ਜਿਹੜਾ ਆਪਣਾ YouTube ਦੇ ਉੱਤੇ ਕੋਈ ਵੀ ਸੈਸ਼ਨ ਹੋ ਰਿਹਾ ਫਿਰ ਚਾਹੇ ਉਹ ਆਨਲਾਈਨ ਆਪਣਾ ਸਿੰਪਲ ਕਹਿ ਲਓ ਰਿਕਾਰਡਡ ਫਾਰਮ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਤੇ ਉਹਦੇ ਜਿੰਨੇ ਵੀ ਕਲਾਸ ਨੋਟਸ ਹੋਣਗੇ ਉਹ ਤੁਹਾਨੂੰ ਇਸ ਟੈਲੀਗ੍ਰਾਮ ਗਰੁੱਪ ਦੇ ਉੱਤੇ ਮਿਲ ਜਾਣਗੇ ਕਲਾਸ ਦਾ ਆਪਣਾ ਸਿੰਪਲ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਗਰੁੱਪ ਦਾ ਲਿੰਕ ਤੁਹਾਨੂੰ ਮਿਲ ਜਾਏਗਾ ਤੇ ਤੁਸੀਂ ਉੱਥੋਂ ਜਿਹੜਾ ਨੂੰ ਜੁਆਇਨ ਕਰ ਲਓਗੇ ਸੈਕਿੰਡ ਹੈ ਤੁਹਾਡੇ ਕੋਲ ਜਿਹੜਾ ਪੋਲਸ ਤੇ ਕੁਇਜ਼ ਵਾਲਾ ਆਪਣੇ ਕੋਲ ਕਹਿ ਸਕਦੇ ਆ ਤਾਂ ਉੱਥੇ ਜਿਹੜਾ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਉਹ ਵੀ ਮਿਲ ਜਾਂਦੇ ਆ ਤਾਂ ਜਿਹਦੇ ਤੁਹਾਨੂੰ ਜਿਹੜਾ ਆਪਣੀ ਪ੍ਰੈਪਰੇਸ਼ਨ ਦਾ ਲੈਵਲ ਹੈ ਉਹ ਪਤਾ ਲੱਗ ਜਾਵੇ ਬਸ ਜਿਹੜੇ ਵੀ ਪੋਸਟ ਤੇ ਕੁਇਜ਼ ਕਰਵਾਏ ਜਾਂਦੇ ਆ ਉਹ ਤੁਹਾਡੇ ਪ੍ਰੀਵੀਅਸ ਈਅਰ ਸੋਸ਼ਲ ਨਾਲ ਰਿਲੇਟਡ ਜਿਹੜੇ ਕੁਇਜ਼ ਹੁੰਦੇ ਆ ਸੋ ਦੈਟ ਤੁਸੀਂ ਇਹ ਜਿਹੜਾ ਆਪਣਾ ਤਿਆਰੀ ਦਾ ਲੈਵਲ ਹੈ ਉਹ ਚੈੱਕ ਕਰ ਸਕੋ ਹਾਂਜੀ ਤਾਂ ਇਸ ਤੋਂ ਬਾਅਦ ਹੁਣ ਆਪਾਂ ਸਟਾਰਟ ਕਰਨ ਲੱਗੇ ਹਾਂ ਆਪਣੀ ਕਲਾਸ ਪ੍ਰੈਕਟਿਸ ਕਲਾਸ ਹੈ ਆਰਟੀਕਲਸ ਦੀ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਹੈ ਕਿ ਕੁਐਸਚਨ ਹਰ ਇੱਕ ਕੁਐਸਚਨ ਨੂੰ ਕਰਨ ਦੇ ਲਈ ਤੁਹਾਨੂੰ 10 ਸੈਕਿੰਡ ਮਿਲਣਗੇ ਸਭ ਤੋਂ ਪਹਿਲਾਂ ਤੁਸੀਂ ਇਹ ਮਾਰਕ ਕਰੋਗੇ ਕਿ ਕੀ ਆਨਸਰ ਆਏਗਾ ਦੈਨ ਜਿਹੜਾ ਤੁਹਾਨੂੰ ਆਨਸਰ ਦਿੱਤਾ ਜਾਏਗਾ ਤੇ ਤੁਸੀਂ ਇਹ ਚੈੱਕ ਕਰਨਾ ਹੈ ਕਿ ਤੁਹਾਡਾ ਆਨਸਰ ਸਹੀ ਸੀ ਜਾਂ ਫਿਰ ਰੋਂਗ ਸੀ ਜੇ ਤੁਹਾਨੂੰ ਕੋਈ ਵੀ ਕੁਐਸਚਨ ਦੇ ਵਿੱਚ ਕੋਈ ਵੀ ਡਾਊਟ ਹੋਇਆ ਕਲਾਸ ਦੇ ਵਿੱਚ ਜਿਹੜਾ ਕਲਾਸ ਦੇ ਐਂਡ ਦੇ ਵਿੱਚ ਤੇ ਤੁਸੀਂ ਕੀ ਕਰਨਾ ਹੈ ਆਪਣਾ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਹੈ ਜਿਹੜਾ ਉਹ ਸ਼ੇਅਰ ਕਰ ਦੇਣਾ ਹਾਂਜੀ ਤਾਂ ਸਟਾਰਟ ਕਰਦੇ ਹਾਂ ਆਪਣੀ ਕਲਾਸ ਫਰਸਟ ਕੁਐਸਚਨ ਐਜ਼ ਯੂ ਕੈਨ ਸੀ ਔਨ ਦ ਸਕਰੀਨ ਦੇਖੋ ਕੁਐਸਚਨ ਨੂੰ ਟਰਾਈ ਕਰੋ ਕਿ ਕੀ ਕਿਹੜੇ ਕੁਐਸਚਨ ਦੇ ਵਿੱਚ ਤਾਂ ਕਿਹੜੇ ਪਾਰਟ ਦੇ ਵਿੱਚ ਤੁਹਾਡੇ ਕੋਲ ਇੱਥੇ ਐਰਰ ਹੈ ਤੇ ਚਾਰ ਪਾਰਟ ਨੇ ਤੁਹਾਡੇ ਕੋਲੇ ਐਰਰ ਡਿਟੈਕਸ਼ਨ ਐਂਡ ਐਰਰ ਕਰੈਕਸ਼ਨ ਦੋ ਕੰਮ ਹੈ ਜਿਹੜੇ ਤੁਸੀਂ ਕਰਨੇ ਆ ਐਸ ਪਰ ਆਪਾਂ ਜਿਵੇਂ ਆਪਣੀ ਹਰ ਇੱਕ ਕਲਾਸ ਦੇ ਵਿੱਚ ਡਿਸਕਸ ਕਰ ਲਈ ਦੇਖੋ ਜੀ ਫਰਸਟ ਕੁਐਸਚਨ ਹਾਂਜੀ ਤੇ ਕੀ ਆਨਸਰ ਆਏਗਾ ਕੁਐਸਚਨ ਦਾ I found him to be a extremely unreasonable man ਤਾਂ ਕੀ ਆਨਸਰ ਹੈ ਤੁਹਾਡਾ ਇਸ ਕੁਐਸਚਨ ਦਾ ਤਾਂ ਮੈਂ ਆਨਸਰ ਮਾਰਕ ਕਰ ਰਹੀ ਹਾਂ ਪਹਿਲਾਂ ਤਾਂ ਆਪਣਾ ਇੱਥੇ ਆਨਸਰ ਹੋਏਗਾ B ਪਾਰਟ ਹੈ ਜਿਹੜਾ ਇੱਥੇ ਐਰਰ ਹੈ B ਪਾਰਟ ਦੇ ਵਿੱਚ ਐਰਰ ਹੈ ਕੀ ਐਰਰ ਹੈ ਹੁਣ ਐਰਰ ਕੀ ਹੈ ਆਪਾਂ ਮਾਫ ਤਾਂ ਕਰ ਲਿਆ ਐਰਰ ਕੀ ਹੈ ਤੁਹਾਡੀ ਤੁਸੀਂ ਦੇਖੋਗੇ ਕਿ ਐਕਸਟ੍ਰੀਮਲੀ ਵਰਡ ਹੈ ਜਿਹੜਾ ਤੁਹਾਡੇ ਕੋਲੇ ਯੂਜ਼ ਕੀਤਾ ਹੋਇਆ ਹੈ ਤਾਂ ਸਾਊਂਡ ਕੀ ਆ ਰਹੀ ਹੈ ਵੋਵਲ ਸਾਊਂਡ ਆ ਰਹੀ ਹੈ ਨਾ ਵੋਵਲ ਸਾਊਂਡ ਆ ਰਹੀ ਹੈ ਤੇ ਵੋਵਲ ਸਾਊਂਡ ਦੇ ਕੇਸ ਦੇ ਵਿੱਚ ਤੁਸੀਂ ਏ ਦਾ ਯੂਜ਼ ਥੋੜੀ ਕਰਦੇ ਹੋ ਕੀ ਯੂਜ਼ ਕਰਦੇ ਹੋ ਐਨ ਦਾ ਯੂਜ਼ ਹੈ ਜਿਹੜਾ ਕੀਤਾ ਜਾਂਦਾ ਹੈ ਐਨ ਆਰਟੀਕਲ ਦਾ ਯੂਜ਼ ਕੀਤਾ ਜਾਂਦਾ ਜਦੋਂ ਵੀ ਆਪਣੇ ਕੋਲੇ ਵੋਵਲ ਸਾਊਂਡ ਆ ਰਹੀ ਹੋਵੇ ਸੋ ਐਨ ਐਕਸਟ੍ਰੀਮਲੀ ਅਨਰੀਜ਼ਨੇਬਲ ਮੈਨ ਹੈ ਜਿਹੜਾ ਤੁਹਾਡੇ ਕੋਲੇ ਆਨਸਰ ਹੋਏਗਾ ਐਨ ਐਕਸਟ੍ਰੀਮਲੀ ਯੂਜ਼ ਕੀਤਾ ਜਾਏਗਾ ਉਹ ਐਕਸਟ੍ਰੀਮਲੀ ਹੈ ਜਿਹੜਾ ਰੋਂਗ ਹੋਏਗਾ ਬਿਕਾਜ਼ ਵੋਵਲ ਸਾਊਂਡ ਤੋਂ ਪਹਿਲਾਂ ਤੁਸੀਂ ਉਹ ਨੂੰ ਨਹੀਂ ਐਨ ਨੂੰ ਯੂਜ਼ ਕਰਨਾ ਹੁੰਦਾ ਤੇ ਤੁਹਾਨੂੰ ਇਹ ਤਾਂ ਪਤਾ ਹੀ ਹੈ ਆਰਟੀਕਲ ਕਿਹੜੇ ਕਿਹੜੇ ਆ ਹਾਂਜੀ ਨੈਕਸਟ ਵਾਰ ਦੇਖ ਲਓ ਤੁਹਾਡੇ ਕੋਲੇ ਤਿੰਨ ਆਰਟੀਕਲ ਨੇ ਏ ਐਨ ਐਂਡ ਇਹਦਾ ਯੂਜ਼ ਕਿੱਥੇ ਕਰਨਾ ਤੇ ਦਾ ਯੂਜ਼ ਕਿੱਥੇ ਕਰਨਾ ਇਹਦੇ ਨਾਲ ਰਿਲੇਟਡ ਆਪਾਂ ਬਹੁਤ ਸਾਰੇ ਰੂਲਸ ਕੀਤੇ ਆ ਕਲਾਸ ਦੇ ਵਿੱਚ ਤੇ ਐਨ ਵਾਸਤੇ ਤੁਹਾਨੂੰ ਸਿਰਫ ਇੱਕ ਰੂਲ ਕਰਵਾਇਆ ਗਿਆ ਕਿ ਸੀ ਕਿ ਤੁਸੀਂ ਦੇਖੋਗੇ ਵੋਵਲ ਸਾਊਂਡ ਜਿੱਥੇ ਆ ਗਈ ਤਾਂ ਤੁਸੀਂ ਐਨ ਦਾ ਯੂਜ਼ ਕਰ ਲੈਣਾ ਅਦਰਵਾਈਜ਼ ਤੁਸੀਂ ਕੀ ਕਰਨਾ ਇਹ ਜਾਂ ਫਿਰ ਦਾ ਦੇ ਵਿੱਚ ਜਿਹੜੀ ਆਰਟੀਕਲ ਨੂੰ ਚੈੱਕ ਕਰਨਾ ਹੁੰਦਾ ਇਹਦਾ ਦਾ ਆਰਟੀਕਲ ਦਾ ਯੂਜ਼ ਕੀਤਾ ਜਾ ਸਕਦਾ ਹੈ ਇਹ ਹੈ ਜਿਹੜਾ ਤੁਹਾਡਾ ਇਨਡੈਫੀਨਿਟ ਆਰਟੀਕਲ ਹੈ ਜਿਹੜੀ ਚੀਜ਼ ਬਾਰੇ ਤੁਸੀਂ ਨਹੀਂ ਜਾਣਦੇ ਜਨਰਲ ਫਾਰਮ ਦੇ ਵਿੱਚ ਜਿਹੜੀ ਹੈਗੀ ਹੈ ਤਾਂ ਤੁਸੀਂ ਉਹਦੇ ਨਾਲ ਇਹ ਆਰਟੀਕਲ ਯੂਜ਼ ਕਰਦੇ ਹੁੰਦੇ ਹੋ ਤੇ ਥਰਡ ਤੁਹਾਡਾ ਜਿਵੇਂ ਇੱਥੇ ਦਾ ਯੂਜ਼ ਕੀਤਾ ਹੋਇਆ ਤੇ ਦਾ ਇੱਕ ਡੈਫੀਨਿਟ ਆਰਟੀਕਲ ਹੈ ਜਿਹਦੀ ਚੀਜ਼ ਬਾਰੇ ਤੁਹਾਨੂੰ ਪੱਕਾ ਪਤਾ ਹੈ ਕੋਈ ਚੀਜ਼ ਜੈਨੂਇਨ ਹੈ ਅਥੈਂਟਿਕ ਹੈ ਤੁਸੀਂ ਇਹ ਜਿਹੜਾ ਉਹਦੇ ਵਾਸਤੇ ਆਰਟੀਕਲ ਹੈ ਦਾ ਯੂਜ਼ ਕਰ ਲੈਂਦੇ ਹੋ ਹਾਂਜੀ ਤਾਂ ਸੈਕੰਡ ਕੁਐਸਚਨ ਹੈ ਤੁਹਾਡੇ ਕੋਲੇ ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਚਾਰ ਪਾਰਟ ਨੇ ਐਰਰ ਕਰੈਕਸ਼ਨ ਵੀ ਕਰਨੀ ਹੈ ਤੇ ਐਰਰ ਡਿਟੈਕਸ਼ਨ ਵੀ ਹੈ ਜਿਹੜੀ ਤੁਸੀਂ ਇੱਥੇ ਕਰਨੀ ਹੈ ਦੇਖੋ ਜੀ
हाँ जी, तो I have been informed that Mr. Vishal, the CEO and the MD will visit Mumbai the following month। ਤਾਂ ਹੁਣ ਤੁਹਾਡੇ ਕੋਲੇ ਇਹ ਵਾਲਾ ਸੈਂਟੈਂਸ ਫੁੱਲ ਦਿੱਤਾ ਹੋਇਆ ਹੈ। ਸੈਂਟੈਂਸ ਦੇਖਣ ਦੇ ਵਿੱਚ ਬਹੁਤ ਵੱਡਾ ਲੱਗ ਰਿਹਾ ਹੈ ਬਟ ਐਰਰ ਫਾਈਂਡ ਆਊਟ ਕਰਨੀ ਬਹੁਤ ਹੀ ਈਜ਼ੀ ਹੋ ਜਾਂਦੀ ਹੈ ਜਦੋਂ ਤੁਹਾਨੂੰ ਕਨਸੈਪਟ ਪਤਾ ਹੋਣ। ਤਾਂ ਹੁਣ ਕਨਸੈਪਟ ਆਪਾਂ ਪਿਛੇ ਕਲਾਸਿਸ ਦੇ ਵਿੱਚ ਡਿਸਕਸ ਕੀਤੇ ਆ 3 ਕਲਾਸਿਸ ਆ ਜਿਹੜੀਆਂ ਆਪਾਂ ਆਰਟੀਕਲ ਦੇ ਵਿੱਚ ਕਰਕੇ ਆਏ ਆ। ਤੇ ਤੁਸੀਂ ਜੇ ਜੁਆਇਨ ਕੀਤੀਆਂ ਹੋਈਆਂ ਤਾਂ ਤੁਹਾਨੂੰ ਇਹਦੇ ਵਿੱਚ ਕੁਐਸਚਨ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੋਣੀ। तो देखो क्वेश्चन किया आई हैव बीन इन्फॉर्म्ड दैट मिस्टर विशाल द सीईओ एंड द एमडी विल विजिट मुंबई द फॉलोइंग मंथ। ਹੁਣ ਤੁਸੀਂ ਚੈੱਕ ਕਰੋ ਇੱਥੇ ਦਾ ਸੀਈਓ ਕਿਆ ਕਿਹਦੇ ਵਾਸਤੇ ਯੂਜ਼ ਕੀਤਾ ਆਪਾਂ ਮਿਸਟਰ ਵਿਸ਼ਾਲ ਵਾਸਤੇ ਅਗੇਨ ਤੁਸੀਂ ਯੂਜ਼ ਕੀਤਾ ਦਾ ਐਮਡੀ ਕਿਹਦੇ ਵਾਸਤੇ ਯੂਜ਼ ਕੀਤਾ ਅਗੇਨ ਤੁਸੀਂ ਯੂਜ਼ ਕੀਤਾ ਹੈ ਮਿਸਟਰ ਵਿਸ਼ਾਲ ਵਾਸਤੇ ਬਿਕਾਜ਼ ਮਿਸਟਰ ਵਿਸ਼ਾਲ ਦੀ ਹੀ ਗੱਲ ਕੀਤੀ ਜਾ ਰਹੀ ਹੈ ਨਾ। I have been informed that Mr. Vishal, the CEO and the MD ਵਿਸ਼ਾਲ ਹੈ ਜਿਹੜਾ ਤੁਹਾਡੇ ਕੋਲ ਮਿਸਟਰ ਵਿਸ਼ਾਲ ਜੋ ਕਿ ਸੀਈਓ ਵੀ ਹੈ ਕੰਪਨੀ ਦਾ ਤੇ ਐਮਡੀ ਵੀ ਹੈ ਤੇ ਉਹਦੇ ਵਾਸਤੇ ਤੁਸੀਂ ਇੱਕ ਵਾਰ ਹੀ ਆਰਟੀਕਲ ਯੂਜ਼ ਕਰੋਗੇ ਬਿਕਾਜ਼ ਦਾ ਸੀਈਓ ਇਹ ਜੇ ਤੁਸੀਂ ਯੂਜ਼ ਕਰ ਰਹੇ ਹੋ ਜਾਂ ਦਾ ਐਮਡੀ ਤੁਸੀਂ ਯੂਜ਼ ਕਰ ਰਹੇ ਹੋ ਇੱਥੇ ਤੁਹਾਡੇ ਕੋਲ ਇਹ ਬਣ ਜਾਂਦੇ ਪਲੂਰਲ ਫਾਰਮ ਦੇ ਵਿੱਚ ਯੂਜ਼ ਕੀਤੇ ਜਾ ਰਹੇ ਇਟ ਮੀਨਸ ਦਾ ਸੀਈਓ ਤੁਹਾਡੇ ਕੋਲ ਅਲੱਗ ਹੈ ਤੇ ਦਾ ਐਮਡੀ ਹੈ ਜਿਹੜਾ ਤੁਹਾਡੇ ਕੋਲ ਉਹ ਅਲੱਗ ਹੈ ਬਟ ਇੱਥੇ ਤੁਹਾਨੂੰ ਸਿੰਪਲ ਇੱਕ ਨਾਮ ਦਿੱਤਾ ਹੋਇਆ ਮਿਸਟਰ ਵਿਸ਼ਾਲ। ਮਿਸਟਰ ਵਿਸ਼ਾਲ ਹੈ ਜਿਹੜਾ ਉਹ ਵੀ ਸੀਈਓ ਹੈ ਉਹ ਵੀ ਐਮਡੀ ਹੈ ਸੋ ਤੁਸੀਂ ਇੱਥੇ ਕੀ ਕਰੋਗੇ ਇੱਕ ਆਰਟੀਕਲ ਯੂਜ਼ ਕਰੋਗੇ ਦਾ ਸੀਈਓ ਐਂਡ ਐਮਡੀ ਵਿਲ ਵਿਜ਼ਿਟ ਮੁੰਬਈ ਦਾ ਫੋਲੋਇੰਗ ਮੰਥ ਹੁਣ ਜਿਹੜਾ ਕੋਈ ਇੱਕ ਪਰਸਨ ਹੈ ਜਿਵੇਂ ਵਿਸ਼ਾਲ ਹੈ ਮੈਂ ਤੁਹਾਨੂੰ ਇੱਥੇ ਕਰਵਾਈ ਸੀ ਜਿਵੇਂ ਆਪਾਂ ਕਹਿ ਰਹੇ ਹੁੰਦੇ ਆ ਰਮਨ ਦਾ ਆਰਟਿਸਟ ਐਂਡ ਸਿੰਗਰ ਵਿਲ ਕਮ ਟੂਮੋਰੋ। ਮੈਂ ਇਹ ਸੈਂਟੈਂਸ ਹੋ ਗਿਆ ਰਮਨ ਦਾ ਆਰਟਿਸਟ ਐਂਡ ਸਿੰਗਰ ਵਿਲ ਕਮ ਟੁਮਾਰੋ ਹੁਣ ਇੱਥੇ ਜਿਹੜਾ ਰਮਨ ਹੈ ਉਸੇ ਦੀ ਗੱਲ ਕੀਤੀ ਜਾ ਰਹੀ ਹੈ ਰਮਨ ਹੈ ਜਿਹੜਾ ਕੋਈ ਪਰਸਨ ਉਹ ਆਰਟਿਸਟ ਵੀ ਹੈ ਤੇ ਸਿੰਗਰ ਵੀ ਹੈ। ਰਮਨ ਦਾ ਆਰਟਿਸਟ ਐਂਡ ਸਿੰਗਰ ਵਿਲ ਕਮ ਟੁਮਾਰੋ ਕਿ ਉਹ ਕੀ ਆਏਗਾ ਕੱਲ ਨੂੰ ਜਿਹੜਾ ਆਪਣੇ ਕੋਲੇ ਇੱਥੇ ਆਏਗਾ ਸੋ ਇੱਥੇ ਤੁਹਾਡੇ ਕੋਲੇ ਦਾ ਆਰਟਿਸਟ ਐਂਡ ਜਿਹੜਾ ਸਿੰਗਰ ਵਰਡ ਯੂਜ਼ ਕੀਤਾ ਉਹਦੇ ਲਈ ਯੂਜ਼ ਕੀਤਾ ਤੁਸੀਂ ਇੱਕੋ ਪਰਸਨ ਦੇ ਲਈ ਰਮਨ ਨੂੰ ਵੀ ਡਿਸਕ੍ਰਾਈਬ ਕਰਨ ਦੇ ਲਈ ਯੂਜ਼ ਕੀਤਾ ਕਿ ਉਹ ਸਿੰਗਰ ਵੀ ਹੈ ਤੇ ਆਰਟਿਸਟ ਵੀ ਹੈ ਸੋ ਇੱਥੇ ਤੁਹਾਡੇ ਕੋਲੇ ਸਿੰਗਲ ਆਰਟੀਕਲ ਯੂਜ਼ ਕੀਤਾ ਜਾਏਗਾ ਜੋ ਕਿ ਤੁਸੀਂ ਪਹਿਲੇ ਵਾਲੇ ਵਰਡ ਦੇ ਨਾਲ ਯੂਜ਼ ਕਰਨਾ ਹੁੰਦਾ ਜਿਵੇਂ ਦਾ ਆਰਟਿਸਟ ਆਰਟਿਸਟ ਤੋਂ ਪਹਿਲਾਂ ਤੁਸੀਂ ਯੂਜ਼ ਕਰੋਗੇ ਸਿੰਗਰ ਤੋਂ ਪਹਿਲਾਂ ਆਰਟੀਕਲ ਯੂਜ਼ ਨਹੀਂ ਕੀਤਾ ਜਾਏਗਾ ਜੇ ਸਿੰਗਰ ਤੋਂ ਪਹਿਲਾਂ ਵੀ ਤੁਸੀਂ ਆਰਟੀਕਲ ਦਾ ਯੂਜ਼ ਕਰ ਲਿਆ ਜਿਹੜੀ ਵੀ ਦੋ ਅਲੱਗ-ਅਲੱਗ ਪਰਸਨ ਦੀ ਗੱਲ ਹੋਗੀ ਤਾਂ ਤੁਹਾਡੇ ਕੋਲ ਇਹ ਚੀਜ਼ ਹੋ ਜੂਗੀ ਹਾਂ ਤਾਂ ਤੁਸੀਂ ਚੈੱਕ ਕਰੋ ਕਿ ਹੁਣ ਉੱਪਰ ਸੈਕੰਡ ਕੁਐਸਚਨ ਜਿਹੜਾ ਆਪਣੇ ਕੋਲ ਦਿੱਤਾ ਹੋਇਆ ਹੈ ਇਹਦੇ ਤੁਹਾਡੇ ਕੋਲ ਮਿਸਟਰ ਵਿਸ਼ਾਲ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਸੀਈਓ ਵੀ ਹੈ ਤੇ ਐਮਡੀ ਵੀ ਹੈ ਤੁਹਾਡੇ ਕੋਲ ਫਿਰ ਤੁਸੀਂ ਕੀ ਯੂਜ਼ ਕਰਨਾ ਹੈ ਸਿੰਗਲ ਆਰਟੀਕਲ ਦਾ ਯੂਜ਼ ਜਿਹੜਾ ਉਹ ਕਰਨਾ ਹੈ ਸੋ ਬੀ ਪੋਰਸ਼ਨ ਦੇ ਵਿੱਚ ਇੱਥੇ ਐਰਰ ਸੀ ਬੀ ਪਾਰਟ ਹੈ ਜਿਹੜਾ ਤੁਸੀਂ ਥਿੰਕ ਕਰੋ ਸੈਕੰਡ ਦਾ ਆਨਸਰ ਹੈ ਜੀ ਤੁਹਾਡਾ ਬੀ ਫਰਸਟ ਦਾ ਤੁਹਾਡਾ ਆਨਸਰ ਸੀ ਅਗੇਨ ਬੀ ਪਾਰਟ ਹੈ ਜਿਹੜਾ ਤੁਹਾਡੇ ਕੋਲ ਐਰਰ ਸੀ। ਹਾਂ ਤੇ ਥਰਡ ਕੁਐਸਚਨ ਅਗੇਨ ਤੁਸੀਂ ਚੈੱਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਸਕਰੀਨ ਤੇ ਤੁਹਾਨੂੰ ਕੁਐਸਚਨ ਸ਼ੋ ਹੋ ਗਿਆ 10 ਸੈਕਿੰਡ। ਹਾਂਜੀ ਤਾਂ ਕੁਐਸਚਨ ਆਈ ਹੋਪ ਤੁਸੀਂ ਕਰ ਲਿਆ ਹੋਣਾ ਦੇਖੋ ਕਿ ਆਨਸਰ ਜਿਹੜਾ ਤੁਹਾਡਾ ਇੱਥੇ ਕੀ ਆਏਗਾ ਤਾਂ ਇਹਦਾ ਆਨਸਰ ਹੈ ਤੁਹਾਡੇ ਕੋਲ ਸੀ ਆਪਸ਼ਨ ਹੈ ਜਿਹੜੀ ਤੁਹਾਡੇ ਕੋਲੇ ਆਨਸਰ ਹੋਏਗੀ ਸੀ ਪਾਰਟ ਦੇ ਵਿੱਚ ਐਰਰ ਹੈ ਹੁਣ ਕੀ ਐਰਰ ਹੈ ਚੈੱਕ ਕਰਾਂਗੇ ਹੀ ਲੈਟਸ ਅ ਵੈਰੀ ਸਿੰਪਲ ਲਾਈਫ ਸੋ ਹੀ ਗੋਜ਼ ਟੂ ਹਿਸ ਆਫਿਸ ਬਾਈ ਸਾਈਕਲ ਤੇ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਜਦੋਂ ਵੀ ਤੁਹਾਡੇ ਕੋਲੇ ਕੋਈ ਟਰਾਂਸਪੋਰਟੇਸ਼ਨ ਦੀ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ ਟਰਾਂਸਪੋਰਟੇਸ਼ਨ ਦੇ ਕਿਸੇ ਵੀ ਵਹੀਕਲ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਕੀ ਕਰਨਾ ਹੁੰਦਾ ਵਿਦਆਊਟ ਆਰਟੀਕਲ ਹੈ ਜਿਹੜਾ ਉਹ ਯੂਜ਼ ਕਰਨਾ ਹੁੰਦਾ ਵਿਦਆਊਟ ਆਰਟੀਕਲ ਯੂਜ਼ ਕੀਤੇ ਜਾਣਗੇ। ਸੈਕੰਡ ਚੀਜ਼ ਜ਼ਿਆਦਾਤਰ ਕੇਸਿਸ ਦੇ ਵਿੱਚ ਜਿੰਨਾ ਚਿਰ ਟਰਾਂਸਪੋਰਟੇਸ਼ਨ ਦਾ ਵਹੀਕਲ ਸਪੈਸੀਫਿਕ ਨਹੀਂ ਹੈ ਤਾਂ ਉਹਨਾਂ ਨਾਲ ਆਪਣੇ ਕੋਲ ਪ੍ਰੈਪੋਜੀਸ਼ਨ ਵਾਈ ਦਾ ਯੂਜ਼ ਕੀਤਾ ਜਾਂਦਾ ਅਦਰ ਕੇਸਿਸ ਦੇ ਵਿੱਚ ਜੇ ਉਹ ਸਪੈਸੀਫਿਕ ਹੋ ਜਾਂਦਾ ਤਾਂ ਔਨ ਤੇ ਇਹਦਾ ਵੀ ਯੂਜ਼ ਆਪਾਂ ਕਰ ਲੈਂਦੇ ਹਾਂ ਉਹ ਤੁਹਾਨੂੰ ਜਦੋਂ ਪ੍ਰੈਪੋਜੀਸ਼ਨ ਦਾ ਕੁਐਸਚਨ ਕਰਵਾਇਆ ਜਾਏਗਾ ਆਪਾਂ ਉੱਥੇ ਜਿਹੜਾ ਡਿਸਕਸ ਕਰਾਂਗੇ ਇੱਥੇ ਤੁਹਾਡੇ ਕੋਲ ਆਰਟੀਕਲ ਦਾ ਕੁਐਸਚਨ ਹੈ ਤੇ ਆਰਟੀਕਲ ਆਪਾਂ ਡਿਸਕਸ ਕਰ ਰਹੇ ਹਾਂ ਤਾਂ ਉੱਥੇ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਜੇ ਟਰਾਂਸਪੋਰਟੇਸ਼ਨ ਦੇ ਕਿਸੇ ਵਹੀਕਲ ਨੂੰ ਸਪੈਸੀਫਿਕ ਪਰਪਸ ਦੇ ਲਈ ਯੂਜ਼ ਕੀਤਾ ਜਾ ਰਿਹਾ ਅਦਰ ਦੈਨ ਇਟਸ ਅ ਜਨਰਲ ਪਰਪਸ ਤਾਂ ਤੁਸੀਂ ਉਹਦੇ ਨਾਲ ਆਰਟੀਕਲ ਪਲੇਸ ਕਰੋਗੇ ਬਟ ਅਦਰ ਕੇਸਿਸ ਦੇ ਵਿੱਚ ਜੇ ਉਹਨੂੰ ਜਨਰਲ ਫਾਰਮ ਦੇ ਵਿੱਚ ਹੀ ਯੂਜ਼ ਕੀਤਾ ਜਾ ਰਿਹਾ ਫॉर ਐਗਜ਼ਾਮਪਲ ਬੱਸ ਹੈ ਬੱਸ ਦਾ ਮੇਨ ਕੰਮ ਕੀ ਹੁੰਦਾ ਟਰਾਂਸਪੋਰਟੇਸ਼ਨ ਯਾਤਰਾ ਕਰਨਾ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹਾਂ ਟਰਾਂਸਪੋਰਟੇਸ਼ਨ ਹੀ ਕਰਦੇ ਹਾਂ ਬੱਸ ਦੇ ਨਾਲ ਟ੍ਰੇਨ ਆਪਣੀ ਅਗੇਨ ਟਰਾਂਸਪੋਰਟੇਸ਼ਨ ਦਾ ਇੱਕ ਵਹੀਕਲ ਹੈ ਟਰਾਂਸਪੋਰਟੇਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਬਟ ਜੇ ਉੱਥੇ ਹੀ ਆਪਾਂ ਯੂਜ਼ ਕਰਨੇ ਕਿ ਬੱਸ ਜਾਂ ਫਿਰ ਟ੍ਰੇਨ ਦੇ ਨਾਲ ਕਿਸੇ ਐਕਸੀਡੈਂਟ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਹੁਣ ਉਹਨਾਂ ਦਾ ਮੇਨ ਪਰਪਸ ਤੁਹਾਡੇ ਕੋਲੇ ਟਰਾਂਸਪੋਰਟੇਸ਼ਨ ਹੈ ਆਪਣਾ ਕਹਿ ਲਓ ਐਕਸੀਡੈਂਟ ਕਰਵਾਉਣਾ ਤਾਂ ਨਹੀਂ ਹੈ ਉੱਥੇ ਐਕਸੀਡੈਂਟ ਫਾਰਮ ਦੇ ਲਈ ਤੁਸੀਂ ਬਾਈਸਾਈਕਲ ਜਾਂ ਫਿਰ ਆਪਣੇ ਕੋਲ ਕਹਿ ਲਓ ਟ੍ਰੇਨ ਜਾਂ ਬੱਸ ਦਾ ਯੂਜ਼ ਕੀਤਾ ਤਾਂ ਉੱਥੇ ਤੁਸੀਂ ਆਰਟੀਕਲ ਦਾ ਯੂਜ਼ ਕਰ ਸਕਦੇ ਹੋ ਅਦਰ ਕੇਸਾਂ ਦੇ ਵਿੱਚ ਤੁਹਾਡੇ ਕੋਲੇ ਵਿਦਆਊਟ ਆਰਟੀਕਲ ਜਿਹੜਾ ਟਰਾਂਸਪੋਰਟੇਸ਼ਨ ਵਹੀਕਲ ਯੂਜ਼ ਕੀਤਾ
ਜਾਂਦਾ ਹੈ। ਤੇ ਹੁਣ ਇੱਥੇ ਤੁਸੀਂ ਕੁਐਸਚਨ ਚੈੱਕ ਕਰੋ, ਹੀ ਲੈਟਸ ਅ ਵੈਰੀ ਸਿੰਪਲ ਲਾਈਫ ਸੋ ਹੀ ਗੋਜ਼ ਟੂ ਹਿਸ ਆਫਿਸ ਬਾਏ ਅ ਬਾਈਸਾਈਕਲ। ਤਾਂ ਹੁਣ ਇੱਥੇ ਬਾਈਸਾਈਕਲ ਵਰਡ ਯੂਜ਼ ਕੀਤਾ, ਟਰਾਂਸਪੋਰਟੇਸ਼ਨ ਲਈ ਯੂਜ਼ ਕੀਤਾ ਜਾਂ ਕਿਵੇਂ ਯੂਜ਼ ਕੀਤਾ ਹੈ, ਇਹ ਤੁਹਾਨੂੰ ਪਤਾ ਲੱਗੇਗਾ ਸੈਂਟੈਂਸ ਨੂੰ ਫੁੱਲ ਕੰਪਲੀਟ ਹੈ ਜਿਹੜਾ ਤੁਸੀਂ ਪੜ੍ਹ ਕੇ ਇਹ ਚੀਜ਼ ਦਾ ਪਤਾ ਕਰੋਗੇ ਕਿ ਸੈਂਟੈਂਸ ਨੂੰ ਕਿਹਦੇ ਲਈ ਯੂਜ਼ ਕੀਤਾ ਹੋਇਆ ਹੈ। ਬਾਈਸਾਈਕਲ ਵਰਡ ਹੈ ਟਰਾਂਸਪੋਰਟੇਸ਼ਨ ਦਾ ਕੰਮ ਕਰ ਰਿਹਾ ਹੈ ਜਾਂ ਫਿਰ ਕਿਸੇ ਹੋਰ ਪਰਪਸ ਦੇ ਲਈ ਤੁਸੀਂ ਇੱਥੇ ਯੂਜ਼ ਕਰ ਰਹੇ ਹੋ। ਸੋ ਅਗੇਨ ਚੈੱਕ ਕਰੋਗੇ ਕਿ ਤੁਹਾਡੇ ਕੋਲ ਕੀ ਕੀਤਾ ਜਾ ਰਿਹਾ, ਇਹਨੂੰ ਜਾਣ ਦੇ ਲਈ ਹੀ ਯੂਜ਼ ਕੀਤਾ ਜਾ ਰਿਹਾ ਹੈ, ਟਰਾਂਸਪੋਰਟੇਸ਼ਨ ਦਾ ਕੰਮ ਕਰ ਰਿਹਾ ਤਾਂ ਇਹਦੇ ਨਾਲ ਆਰਟੀਕਲ ਦਾ ਯੂਜ਼ ਨਹੀਂ ਹੋਣਾ ਚਾਹੀਦਾ ਸੀ। ਸੀ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ ਤੇ ਐਰਰ ਕੀ ਸੀ, ਤੁਸੀਂ ਏ ਦਾ ਯੂਜ਼ ਹੈ ਜਿਹੜਾ ਵੀ ਬਿਫੋਰ ਬਾਈਸਾਈਕਲ ਯੂਜ਼ ਨਹੀਂ ਕਰੋਗੇ। ਹੀ ਲੈਟਸ ਅ ਵੈਰੀ ਸਿੰਪਲ ਲਾਈਫ ਸੋ ਹੀ ਗੋਜ਼ ਟੂ ਹਿਸ ਆਫਿਸ ਬਾਏ ਬਾਈਸਾਈਕਲ। ਤੇ ਤੁਸੀਂ ਇਹ ਜਿਹੜਾ ਇਸ ਤਰੀਕੇ ਨਾਲ ਇਹ ਸੈਂਟੈਂਸ ਬਣਾਉਣਾ ਸੀ, ਤੁਹਾਡੀ ਸੀ ਪਾਰਟ ਦੇ ਵਿੱਚ ਇੱਥੇ ਐਰਰ ਸੀ। ਤੇ ਜੇ ਆਪਾਂ ਇੱਕ ਆਈ ਥਿੰਕ ਕਨਸੈਪਟ ਹੈ ਜਿਹੜਾ ਆਪਣਾ ਇਹ ਆਪਾਂ ਨਹੀਂ ਡਿਸਕਸ ਕੀਤਾ ਕਲਾਸ ਦੇ ਵਿੱਚ, ਤਾਂ ਜਿਹੜਾ ਇਹ ਤੁਸੀਂ ਨੋਟ ਕਰ ਲੈਣਾ ਕਿ ਜੇ ਟਰਾਂਸਪੋਰਟੇਸ਼ਨ ਦੇ ਕਿਸੇ ਵੀ ਵਹੀਕਲ ਨੂੰ, ਨਾਟ ਓਨਲੀ ਟਰਾਂਸਪੋਰਟੇਸ਼ਨ ਵਹੀਕਲ, ਇਸ ਤੋਂ ਇਲਾਵਾ ਵੀ ਜੇ ਕੋਈ ਹੋਰ ਵੀ ਇਹੋ ਜਿਹੀ ਚੀਜ਼, ਜਿਵੇਂ ਆਪਾਂ ਸਿੰਪਲ ਜੇ ਵਰਡ ਕਰ ਲਿਆ ਨਾ, ਆਪਣੇ ਕੋਲ ਸਕੂਲ ਕਾਲਜ ਯੂਨੀਵਰਸਿਟੀ ਹੈ ਕੀਤਾ ਹੋਇਆ ਸੇਮ ਕੰਸੈਪਟ ਕਿ ਜੇ ਉਹਨਾਂ ਨੂੰ ਜਨਰਲ ਪਰਪਸ ਲਈ ਯੂਜ਼ ਕੀਤਾ ਜਾ ਰਿਹਾ ਤਾਂ ਉਹਨਾਂ ਨਾਲ ਕੋਈ ਆਰਟੀਕਲ ਯੂਜ਼ ਨਹੀਂ ਕੀਤਾ ਜਾਏਗਾ। ਬਟ ਜੇ ਅਦਰ ਦੈਨ ਉਹਨਾਂ ਦੇ ਜਨਰਲ ਪਰਪਸ ਨੂੰ ਤੁਸੀਂ ਯੂਜ਼ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਦੇ ਨਾਲ ਆਰਟੀਕਲ ਦਾ ਆਰਟੀਕਲ ਹੈ ਜਿਹੜਾ ਫੇਸ ਕਰੋਗੇ ਤੇ ਆਰਟੀਕਲ ਕੀ ਹੋਏਗਾ ਤੁਹਾਡੇ ਕੋਲ, ਆਰਟੀਕਲ ਯੂਜ਼ ਕਰੋਗੇ ਜੀ ਆਰਟੀਕਲ ਦਾ। ਤਾਂ ਇਹ ਅਸੀਂ ਤੁਹਾਡੇ ਕੋਲ ਇਹ ਵਾਲਾ ਕੰਸੈਪਟ ਥਰਡ ਕੁਐਸਚਨ ਦਾ। ਹਾਂਜੀ, ਤਾਂ ਫੋਰਥ ਕੁਐਸਚਨ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਅਗੇਨ ਸੋਲਵ ਕਰੋ, 10 seconds are given to you। ਹਾਂਜੀ, my professor said that moon is a natural satellite। ਤਾਂ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਸਾਰਿਆਂ ਦਾ ਆਨਸਰ ਜਿਹੜਾ ਤੁਸੀਂ ਮਾਰਕ ਕਰ ਲਿਆ ਹੋਣਾ ਹੈ, ਤਾਂ ਇੱਥੇ ਆਨਸਰ ਆਏਗਾ ਤੁਹਾਡੇ ਕੋਲੇ ਬੀ ਕੁਐਸਚਨ ਦੇ ਵਿੱਚ ਐਰਰ ਹੈ। ਕੀ ਐਰਰ ਹੈ, ਤਾਂ ਤੁਸੀਂ ਚੈੱਕ ਕੀਤਾ ਕਿ ਜੇ ਕੋਈ ਵੀ ਤੁਹਾਡੇ ਕੋਲੇ ਇਹੋ ਜਿਹੀ ਹੈਵਨਲੀ ਬੋਡੀ ਦੀ ਗੱਲ ਕੀਤੀ ਜਾ ਰਹੀ ਹੈ, ਜਿਵੇਂ ਆਪਣੇ ਕੋਲ ਇੱਥੇ ਮੂਨ ਵਰਡ ਯੂਜ਼ ਕੀਤਾ ਹੈ, ਤੁਹਾਨੂੰ ਦੱਸਿਆ ਗਿਆ ਸੀ ਕੋਈ ਵੀ ਜਿਓਗ੍ਰਾਫੀਕਲ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ, ਜਿਓਗ੍ਰਾਫੀਕਲ ਰੀਜ਼ਨ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਤੁਸੀਂ ਉਹਨਾਂ ਨਾਲ ਆਰਟੀਕਲ ਯੂਜ਼ ਕਰਦੇ ਹੋ। ਕਿਹੜਾ ਆਰਟੀਕਲ ਆਉਣਾ ਹੁੰਦਾ, ਆਰਟੀਕਲ ਦਾ। ਤਾਂ ਸੋ ਇੱਥੇ ਦੇਖੋ ਤੁਸੀਂ ਯੂਜ਼ ਕੀਤਾ ਵਰਡ ਮੂਨ, ਚੰਦ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਇੱਕ ਹੈਵਨਲੀ ਬੋਡੀ ਹੈ, ਤਾਂ ਤੁਸੀਂ ਇਹਦੇ ਨਾਲ ਆਰਟੀਕਲ ਦਾ ਪਲੇਸ ਕਰੋਗੇ ਜਾਂ ਤੁਸੀਂ ਸਿੰਪਲ ਕਹਿ ਸਕਦੇ ਹੋ ਯੂਨੀਕ ਚੀਜ਼ ਦੇ ਵਾਸਤੇ ਆਰਟੀਕਲ ਦਾ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੈ। ਹੁਣ ਇੱਥੇ ਦੇਖੋ ਤੁਸੀਂ ਯੂਜ਼ ਕੀਤਾ ਮਾਈ ਪ੍ਰੋਫੈਸਰ ਸੈਡ ਦੈਟ ਮੂਨ ਇਜ਼ ਅ ਨੈਚੁਰਲ ਸੈਟੇਲਾਈਟ, ਬਟ ਮੂਨ ਹੈ ਜਿਹੜਾ ਉਹ ਇੱਕ ਯੂਨੀਕ ਹੈ ਜਾਂ ਸਿੰਪਲ ਕਹਿ ਲਓ ਤੁਸੀਂ ਇੱਕ ਜਿਓਗ੍ਰਾਫੀਕਲ ਥਿੰਗ ਹੈ। ਸੋ ਇਹਦੇ ਨਾਲ ਤੁਸੀਂ ਆਰਟੀਕਲ ਹੈ ਜਿਹੜਾ ਪਲੇਸ ਕਰੋਗੇ ਤੇ ਆਰਟੀਕਲ ਕੀ ਹੋਏਗਾ ਤੁਹਾਡੇ ਕੋਲੇ ਦਾ ਆਰਟੀਕਲ ਯੂਜ਼ ਕੀਤਾ ਜਾਏਗਾ। ਸੋ ਮਾਈ ਪ੍ਰੋਫੈਸਰ ਸੈਡ ਦੈਟ ਦ ਮੂਨ ਇਜ਼ ਅ ਨੈਚੁਰਲ ਸੈਟੇਲਾਈਟ। ਤੇ ਬੀ ਕੁਐਸਚਨ ਸੀ ਜਿਹੜਾ ਇੱਥੇ ਰੌਂਗ ਸੀ। ਆਈ ਹੋਪ ਕਲੀਅਰ ਹੋਏਗਾ। ਨੈਕਸਟ ਕੁਐਸਚਨ ਜਿਹੜਾ ਤੁਸੀਂ ਸੋਲਵ ਕਰਨਾ ਜੀ 5 ਨੰਬਰ ਕੁਐਸਚਨ, ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹਾਂਜੀ, the most of the people of the southern India do not know the Hindi। ਤੇ ਡੀ ਕੁਐਸਚਨ ਹੈ ਤੁਹਾਡੇ ਕੋਲੇ ਨੋ ਐਰਰ। ਤੇ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਤੇ ਐਰਰ ਹੈ ਤੁਹਾਡੀ ਸੀ ਪਾਰਟ ਦੇ ਵਿੱਚ। ਤਾਂ ਸੀ ਹੈ ਜਿਹੜਾ ਤੁਹਾਡਾ ਆਨਸਰ ਹੋਣਾ ਚਾਹੀਦਾ ਸੀ। ਹੁਣ ਕੀ ਐਰਰ ਹੈ, ਤੁਸੀਂ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਸੀ ਹੀ ਜਿਹੜਾ ਹੈਗਾ ਮਾਰਕ ਕੀਤਾ ਹੋਣਾ ਹੈ। ਤੇ ਜੇ ਕਿਸੇ ਨੇ ਸੀ ਕੁਐਸਚਨ ਮਾਰਕ ਕੀਤਾ ਹੈ ਇਹਨੂੰ ਜਦੋਂ ਕਨਸੈਪਟ ਕਲੀਅਰ ਹੈ, ਤਾਂ ਹੁਣ ਕਨਸੈਪਟ ਕੀ ਹੈ, ਆਪਾਂ ਚੈੱਕ ਕੀਤਾ ਸੀ ਕਿ ਜੇ ਤੁਸੀਂ ਲੈਂਗੁਏਜ ਦੇ ਪਹਿਲਾਂ ਕੋਈ ਆਰਟੀਕਲ ਯੂਜ਼ ਕਰ ਰਹੇ ਹੋ ਬਿਫੋਰ ਲੈਂਗੁਏਜਸ, ਤੁਹਾਡੇ ਕੋਲ ਕੀ ਰੂਲ ਸੀ, ਕੋਈ ਵੀ ਆਰਟੀਕਲ ਯੂਜ਼ ਨਹੀਂ ਹੁੰਦਾ, ਨੋ ਆਰਟੀਕਲ। ਜਾਂ ਜ਼ੀਰੋ ਆਰਟੀਕਲ ਦੇ ਕੇਸ ਦੇ ਵਿੱਚ ਤੁਹਾਨੂੰ ਕਰਵਾਇਆ ਗਿਆ ਸੀ ਕਿ ਜਦੋਂ ਤੁਹਾਡੇ ਕੋਲ ਲੈਂਗੁਏਜ ਦੀ ਗੱਲ ਹੋ ਰਹੀ ਹੈ ਤਾਂ ਉੱਥੇ ਕੀ ਹੁੰਦਾ, ਉੱਥੇ ਜ਼ੀਰੋ ਆਰਟੀਕਲ ਯੂਜ਼ ਕੀਤਾ ਜਾਂਦਾ ਹੈ। ਮਤਲਬ ਤੁਸੀਂ ਕਿਸੇ ਵੀ ਆਰਟੀਕਲ ਨੂੰ ਯੂਜ਼ ਨਹੀਂ ਕਰਦੇ ਬਿਫੋਰ ਲੈਂਗੁਏਜ, ਜ਼ੀਰੋ ਆਰਟੀਕਲ ਯੂਜ਼ ਕੀਤਾ ਜਾਏਗਾ, ਨਾ ਏ ਯੂਜ਼ ਹੋਵੇ ਨਾ ਐਨ ਯੂਜ਼ ਹੋਵੇ ਨਾ ਤੁਸੀਂ ਦਾਰਾ ਯੂਜ਼ ਕਰੋਗੇ। ਐਸੇ ਤੁਹਾਡੇ ਕੋਲ ਹਿੰਦੀ ਯੂਜ਼ ਕੀਤਾ ਜਾ ਰਿਹਾ ਹੈ, ਹਿੰਦੀ ਕੀ ਹੈ, ਲੈਂਗੁਏਜ ਹੈ। ਕਿੱਥੋਂ ਪਤਾ ਲੱਗਿਆ, ਮੋਸਟ ਆਫ ਦਾ ਪੀਪਲ ਆਫ ਦਾ ਸਾਊਥਰਨ ਇੰਡੀਆ ਡੂ ਨਾਟ ਨੋ ਦਾ ਹਿੰਦੀ। ਤਾਂ ਹਿੰਦੀ ਮਤਲਬ ਕਿ ਗੱਲ ਕੀਤੀ ਜਾ ਰਹੀ ਹੈ ਹਿੰਦੀ ਲੈਂਗੁਏਜ ਨਹੀਂ ਜਾਣਦੇ, ਫਿਰ ਇਹਦੇ ਨਾਲ ਆਰਟੀਕਲ ਦਾ ਯੂਜ਼ ਨਹੀਂ ਕੀਤਾ ਜਾਏਗਾ। ਬਟ ਜੇ ਇੱਥੇ ਲਿਖ ਦਿੰਦੇ ਡੂ ਨਾਟ ਨੋ ਦਾ ਹਿੰਦੀ ਲੈਂਗੁਏਜ, ਫਿਰ ਉਹ ਸਹੀ ਸੀ ਬਿਕਾਜ਼ ਤੁਹਾਡੇ ਕੋਲ ਆਰਟੀਕਲ ਦਾ ਹੈ ਜਿਹੜਾ ਆਪਣੇ ਕੋਲ ਆਬਜੈਕਟ ਦਿੱਤਾ ਹੋਇਆ ਕਿ ਹਿੰਦੀ ਦਾ, ਹਿੰਦੀ ਲੈਂਗੁਏਜ ਆ ਜਾਂਦਾ, ਹਿੰਦੀ ਦਾ ਤੁਹਾਡੇ ਕੋਲ ਇੱਥੇ ਕਿਹਦੇ ਲਈ ਯੂਜ਼ ਕੀਤੀ ਜਾਂਦੀ ਸੀ, ਐਡਜੈਕਟਿਵ ਫਾਰਮ ਦੇ ਲਈ, ਫਿਰ ਤੁਹਾਡਾ ਦਾ ਸਹੀ ਸੀ। ਬਟ ਇੱਥੇ ਤੁਹਾਡੇ ਕੋਲ ਹਿੰਦੀ ਕੀ ਹੈ, ਲੈਂਗੁਏਜ ਦੇ ਲਈ ਯੂਜ਼ ਕੀਤੀ ਜਾ ਰਹੀ ਹੈ ਤੇ ਆਰਟੀਕਲ ਦਾ ਪਲੇਸ ਕੀਤਾ ਹੋਇਆ, ਤਾਂ ਇਹ ਕੀ ਹੋਗਾ, ਰੌਂਗ ਹੋਏਗਾ। ਸੋ ਕੀ ਕੁਐਸਚਨ ਦੇ ਤੁਹਾਡੇ ਇੱਥੇ ਐਰਰ। ਜਿਨ੍ਹਾਂ ਨੂੰ ਕਨਸੈਪਟ ਕਲੀਅਰ ਨੇ ਉਹਨਾਂ ਤੋਂ ਈਜ਼ੀਲੀ ਇਹ ਕੁਐਸਚਨ ਬਣ ਰਹੇ ਹੋਣਗੇ, ਜਿਨ੍ਹਾਂ ਨੇ ਪਿੱਛੇ ਕਲਾਸਿਸ ਅਟੈਂਡ ਨਹੀਂ ਕੀਤੀਆਂ। ਸੋ ਆਈ ਸੁਜੈਸਟ ਪਹਿਲਾਂ ਤੁਸੀਂ ਕਲਾਸਿਸ ਅਟੈਂਡ ਕਰੋਗੇ, ਫਿਰ ਜਿਹੜੀ ਪ੍ਰੈਕਟਿਸ ਕਲਾਸ ਲਗਾਓ, ਫਿਰ ਤੁਹਾਨੂੰ ਜਿਹੜਾ ਕਲੀਅਰ ਹੋਏਗਾ ਕਿ ਕਿੰਨੇ ਕਿੰਨੇ ਕਨਸੈਪਟ ਤੁਹਾਡੇ ਕੀ ਇੰਪੋਰਟੈਂਟ ਨੇ, ਕੀ ਇੰਪੋਰਟੈਂਸ ਰੱਖਦੇ ਨੇ ਤੇ ਕਿਸ ਤਰੀਕੇ ਨਾਲ ਇਸ ਕੁਐਸਚਨ ਹੈ ਜਿਹੜੇ ਉਹ ਸੋਲਵ ਕਰਨੇ। ਨੈਕਸਟ ਦੇਖੋ ਜੀ ਕੁਐਸਚਨ 6 ਨੰਬਰ ਕੁਐਸਚਨ, ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ। Kamal finished the cake in the blink of a
ਆਏ ਤਾਂ ਚੈੱਕ ਕਰੋ ਕਿਹੜੇ ਪੋਰਸ਼ਨ ਦੇ ਵਿੱਚ ਐਰਰ ਹੈ, ਤਾਂ ਐਰਰ ਹੈ ਤੁਹਾਡੀ ਸੀ ਪਾਰਟ ਦੇ ਵਿੱਚ। ਕੀ ਐਰਰ ਹੈ ਤਾਂ ਦੇਖੋ, ਕਮਲ ਫਿਨਿਸ਼ਡ ਦਾ ਕੇਕ ਇਨ ਦ ਬਲਿੰਕ ਆਫ ਅ ਆਈ। ਆਈ ਵਰਡ ਹੈ ਜਿਹੜਾ ਤੁਹਾਡੇ ਕੋਲ ਕਾਲੀ ਸਾਊਂਡ ਆ ਰਹੀ ਹੈ, ਵੋਵਲ ਸਾਊਂਡ ਨਹੀਂ ਦੇ ਰਿਹਾ ਹੈ, ਇਹ ਕੀ ਦੇ ਰਿਹਾ, ਇੱਕ ਵੋਵਲ ਸਾਊਂਡ ਦੇ ਰਿਹਾ। ਤਾਂ ਵੋਵਲ ਸਾਊਂਡ ਤੋਂ ਪਹਿਲਾਂ ਤੁਹਾਡੇ ਕੋਲ ਕੀ ਯੂਜ਼ ਹੁੰਦਾ, ਆਰਟੀਕਲ ਐਨ ਦਾ ਯੂਜ਼ ਹੁੰਦਾ, ਤੇ ਇੱਥੇ ਯੂਜ਼ ਕੀਤਾ ਜਾ ਰਿਹਾ ਏ ਦਾ, ਜੋ ਕਿ ਰੋਂਗ ਹੈ, ਐਨ ਆਣਾ ਸੀ, ਐਨ ਸਹੀ ਹੈ। ਦਾ ਆਪਣੇ ਕੋਲ ਕੀ ਆਏਗਾ, ਏ ਦਾ ਯੂਜ਼ ਨਹੀਂ ਹੋਏਗਾ, ਐਨ ਆਈ ਯੂਜ਼ ਹੋਏਗਾ, ਉਹ ਆਈ ਹੈ ਜਿਹੜਾ ਤੁਹਾਡਾ ਰੋਂਗ ਹੈ। ਸੋ ਕਮਲ ਫਿਨਿਸ਼ ਦਾ ਕੇਕ ਇਨ ਦਾ ਬਲਿੰਕ ਆਫ ਐਨ ਆਈ ਜਿਹੜਾ ਫਾਰਮੂਲਾ ਸੈਂਟੈਂਸ ਐਨ ਤੁਸੀਂ ਸਹੀ ਬਣਾਓਗੇ। ਤਾਂ ਸੀ ਪੋਰਸ਼ਨ ਦੇ ਵਿੱਚ ਐਰਰ ਸੀ, ਅਗੇਨ ਟਿਕ ਕਰੋਗੇ, ਸੀ ਪੋਰਸ਼ਨ ਹੈ ਤੁਹਾਡਾ ਆਂਸਰ ਹੈ। ਹਾਂਜੀ, ਤਾਂ 7 ਨੰਬਰ ਕੁਐਸਚਨ ਤੁਹਾਨੂੰ ਕੀ ਦਿੱਤੀ ਹੋਈ ਹੈ, ਫਿਲਅਪ ਦਿੱਤੀ ਹੋਈ ਹੈ, ਚਾਰ ਆਪਸ਼ਨਸ ਨੇ, ਪੁੱਟ ਕਰਨਾ ਹੈ ਕਿ ਕਿਹੜਾ ਆਪਸ਼ਨ ਤੁਹਾਡੇ ਕੋਲ ਇੱਥੇ ਸੁਟੇਬਲ ਹੋਏਗਾ, ਸਹੀ ਹੋਏਗਾ। ਦੇਖੋ ਜੀ, he lost blank pen I gave him। ਤਾਂ ਕਿਹੜਾ ਆਂਸਰ ਹੈ ਤੁਹਾਡੇ ਕੋਲੇ, ਏ ਐਨ ਦਾ ਔਰ ਸਮ। ਏ ਬੀ ਸੀ ਡੀ ਦੇ ਵਿੱਚੋਂ ਕਿਹੜੀ ਆਪਸ਼ਨ ਇੱਥੇ ਆਂਸਰ ਹੋਏਗੀ, ਤਾਂ ਇੱਥੇ ਆਂਸਰ ਆਏਗਾ ਸੀ। ਸੀ ਹੀ ਕਿਉਂ ਆਇਆ, ਏ ਐਨ ਦਾ ਯੂਜ਼ ਕਿਉਂ ਨਹੀਂ ਕੀਤਾ, ਤਾਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਕਿ ਏ ਤੇ ਐਨ ਤੁਹਾਡੇ ਕੋਲੇ ਕੀ ਹੁੰਦੇ ਆ, ਏ ਤੇ ਐਨ ਤੁਹਾਡੇ ਇੰਡੈਫੀਨਿਟ ਆਰਟੀਕਲਸ ਨੇ, ਇੰਡੈਫੀਨਿਟ ਆਰਟੀਕਲਸ ਨੇ, ਮਤਲਬ ਜਿਨ੍ਹਾਂ ਦੇ ਬਾਰੇ ਤੁਸੀਂ ਨਹੀਂ ਜਾਣਦੇ, ਕੋਈ ਚੀਜ਼ ਜਿਹਦੇ ਬਾਰੇ ਤੁਸੀਂ ਤੁਸੀਂ ਏ ਐਨ ਦਾ ਯੂਜ਼ ਜਿਹੜਾ ਕਰ ਲੈਣੇ, ਜਨਰਲ ਸਿੰਪਲ ਦੇ ਵਿੱਚ ਵੀ ਏ ਐਨ ਦਾ ਯੂਜ਼ ਜਿਹੜਾ ਉਹ ਕਰ ਲੈਣੇ। ਬਟ ਜਿਹੜਾ ਤੁਹਾਡੇ ਕੋਲ ਆਰਟੀਕਲ ਦਾ ਹੈ, ਉਹ ਕੀ ਇੱਕ ਡੈਫੀਨਿਟ ਆਰਟੀਕਲ ਹੈ, ਡੈਫੀਨਿਟ ਆਰਟੀਕਲ ਹੈ, ਕੋਈ ਚੀਜ਼ ਜਿਹਦੇ ਬਾਰੇ ਤੁਸੀਂ ਪੂਰੇ ਚੰਗੇ ਤਰੀਕੇ ਨਾਲ ਜਾਣਦੇ ਹੋ, ਡੈਫੀਨਿਟ ਹੋ, ਸ਼ੋਰ ਹੋ, ਤਾਂ ਤੁਸੀਂ ਉਹਦੇ ਨਾਲ ਆਰਟੀਕਲ ਕੀ ਯੂਜ਼ ਕਰ ਲੈਣੇ ਹੋ, ਦਾ ਯੂਜ਼ ਜਿਹੜਾ ਕਰ ਲੈਣੇ ਹੋ। ਹੁਣ ਇੱਥੇ ਚੈੱਕ ਕਰੋ ਕਿਹਦੀ ਗੱਲ ਕੀਤੀ ਜਾ ਰਹੀ ਹੈ, ਹੀ ਲੋਸਟ ਪੈਨ ਆਈ ਗੇਵ ਹਿਮ। ਤਾਂ ਹੁਣ ਇੱਕ ਪੈਨ ਦੀ ਗੱਲ ਕੀਤੀ ਜਾ ਰਹੀ ਹੈ ਜਿਹਦੇ ਵਾਸਤੇ ਤੁਸੀਂ ਆਰਟੀਕਲ ਯੂਜ਼ ਕਰਨਾ ਹੈ, ਬਿਕਾਜ਼ ਆਰਟੀਕਲ ਯੂਜ਼ ਕੀਤੇ ਜਾਂਦੇ ਆ ਬਿਫੋਰ ਨਾਉਨ ਨਾਲ, ਪਰ ਆਪਣੇ ਕੋਲ ਸਿੰਪਲ ਆਪਾਂ ਯੂਜ਼ ਕੀਤਾ ਹੀ ਹੈ ਪ੍ਰੋਸੀਡਸ ਨਾਲ। ਸੋ ਆਪਣੇ ਕੋਲ ਕੀ ਹੈ, ਆਰਟੀਕਲ ਦਾ ਯੂਜ਼ ਕੀਤਾ ਜਾ ਰਿਹਾ, ਤਾਂ ਕੀ ਆ ਗਿਆ, ਪੈਨ ਤੋਂ ਪਹਿਲਾਂ ਆਏਗਾ। ਹੁਣ ਪੈਨ ਤੋਂ ਪਹਿਲਾਂ ਤੁਸੀਂ ਏ ਯੂਜ਼ ਕਰੋਗੇ, ਐਨ ਯੂਜ਼ ਕਰੋਗੇ, ਜਾਂ ਦਾ ਯੂਜ਼ ਕਰੋਗੇ, ਉਹ ਚੀਜ਼ ਤੁਹਾਨੂੰ ਦੱਸੇਗਾ ਸੈਂਟੈਂਸ। ਤੇ ਕੀ ਗੱਲ ਕੀਤੀ ਜਾ ਰਹੀ ਹੈ, ਕਿ ਲਾਸਟ ਬਲੈਕ ਪੈਨ ਆਈ ਗੇਵ ਹਿਮ। ਮਤਲਬ ਕੀ ਹੋ ਗਿਆ, ਤੁਹਾਡੇ ਕੋਲੇ ਜਿਹੜਾ ਪੈਨ ਤੁਸੀਂ ਉਹਨੂੰ ਦਿੱਤਾ ਸੀ, ਉਹ ਵਾਲੀ ਚੀਜ਼ ਜਿਹੜੀ ਹੋਣੀ, ਉਹ ਪੈਨ ਹੈ ਜਿਹੜਾ ਉਹਨੇ ਗਵਾਤਾ। ਤਾਂ ਮਤਲਬ ਕੀ ਹੋ ਗਿਆ, ਤੁਹਾਡੇ ਕੋਲ ਪੈਨ ਇੱਕ ਡੈਫੀਨਿਟ ਹੈ, डेफिनेट पेन की गल की जा रही है, स्पेसिफिक पेन की गल की जा रही है। तो आर्टिकल की आएगा, डेफिनेट आर्टिकल दैट इज द। ही लॉस्ट द पेन आई गेव हिम। सो आर्टिकल द प्लेस किया जाएगा, बिकॉज जेड़ा पेन है इथे डेफिनेट है, स्पेसिफिक पेन की गल की जा रही है। सो आर्टिकल द जेड़ा तुसीं इथे यूज करोगे। 8 नंबर क्वेश्चन अगेन पहला तुसीं सॉल्व करना है, 10 सेकंड्स है जेड़े तुहाडे कोले दित्ते जा रहे हैं तुहानू, इस तो बाद जेड़ा बाद दा आंसर चेक करके देखो जी। ਹਾਂਜੀ, we spent a lot of time swimming in sea on holiday। ਤੇ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਤੁਹਾਡੀ ਇੱਥੇ ਐਰਰ ਹੈ। ਤਾਂ ਜਿਨ੍ਹਾਂ ਸਟੂਡੈਂਟਸ ਨੇ ਕਲਾਸ ਅਟੈਂਡ ਕੀਤੀ ਸੀ, ਤਾਂ ਉਹਨਾਂ ਨੂੰ ਕਲੀਅਰ ਹੋਏਗਾ ਕਿ ਆਪਾਂ ਜਿਹੜਾ ਹੁੰਦਾ ਹੈ ਕੋਈ ਵੀ ਹੈਵਨ ਦੀ ਬੋਡੀ, ਜਾਂ ਸਿੰਪਲ ਤੁਹਾਡੇ ਕੋਲ ਕੋਈ ਜਿਓਗ੍ਰਾਫੀਕਲ ਰੀਜ਼ਨ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਉਹਦੇ ਨਾਲ ਆਰਟੀਕਲ ਰਿਪਲੇਸ ਕੀਤਾ ਜਾਂਦਾ ਹੈ, ਦਾ ਯੂਜ਼ ਜਿਹੜਾ ਕੀਤਾ ਜਾਂਦਾ ਹੈ। ਹੁਣ ਇੱਥੇ ਚੈੱਕ ਕਰੋ, we spent a lot of time swimming in ਸੀ, ਸੀ ਦੇ ਨਾਲ ਕੀ ਹੋਣਾ ਹੁੰਦਾ, ਆਰਟੀਕਲ ਦਾ ਯੂਜ਼ ਕੀਤਾ ਜਾਂਦਾ ਹੈ, ਦਾ ਸੀ, ਦਾ ਵਰਡ। ਇਹ ਤੁਹਾਨੂੰ ਕਰਵਾਇਆ ਗਿਆ ਸੀ, ਦੋ ਵਰਡ ਤੁਹਾਨੂੰ ਲਗਵਾਏ ਸੀ ਕਿ ਆਰਟੀਕਲ ਦਾ ਯੂਜ਼ ਕੀਤਾ ਜਾਂਦਾ, ਦਾ ਸੀ, ਦਾ ਵਰਡ। ਸਿਮਿਲਰਲੀ ਤੁਸੀਂ ਦਾ ਫੋਲੋਇੰਗ ਡੇ, ਦਾ ਪ੍ਰੀਵੀਅਸ ਡੇ, ਇਹਨਾਂ ਦੇ ਨਾਲ ਵੀ ਐਗਜ਼ਾਮਪਲ ਕੋਲੇ ਪ੍ਰੀਵੀਅਸ ਤੇ ਫੋਲੋਇੰਗ ਦੇ ਨਾਲ ਵੀ ਆਰਟੀਕਲ ਦਾ ਹੀ ਯੂਜ਼ ਕਰਦੇ ਹੋ। ਸੋ ਇੱਥੇ ਸੀ ਵਰਡ ਆਇਆ, ਸੀ ਦੇ ਨਾਲ ਕੀ ਆਇਆ, ਤੁਹਾਡੇ ਕੋਲੇ ਆਰਟੀਕਲ ਦਾ ਯੂਜ਼ ਕੀਤਾ ਜਾਏਗਾ, ਕਿਉਂਕਿ ਇੱਥੇ ਮਿਸਿੰਗ ਹੈ, ਸੀ ਪਾਰਟ ਵਿੱਚ ਐਰਰ, ਤੁਸੀਂ ਯੂਜ਼ ਕਰੋਗੇ ਦਾ ਸੀ, ਸਿੰਪਲ ਸੀ ਹੈ ਜਿਹੜਾ ਤੁਸੀਂ ਯੂਜ਼ ਨਹੀਂ ਕਰ ਸਕਦੇ। ਹਾਂਜੀ, ਨੈਕਸਟ ਕੁਐਸਚਨ 9 ਨੰਬਰ ਕੁਐਸਚਨ, ਸ਼ੀ ਡਿਡ ਐਮਏ ਇਨ ਫ੍ਰੈਂਚ ਲਿਟਰੇਚਰ। ਕਿਹੜੇ ਪਾਰਟ ਦੇ ਵਿੱਚ ਆ ਰਿਹਾ, ਸਭ ਤੋਂ ਪਹਿਲਾਂ ਤੁਸੀਂ ਜਿਹੜਾ ਮਾਰਕ ਕਰ ਲੈਣਾ ਹੈ, ਇਸ ਤੋਂ ਬਾਅਦ ਮੇਰਾ ਆਂਸਰ ਦੱਸ ਦਿੱਤਾ ਜਾਏਗਾ। ਦੇਖੋ ਜੀ, he did MA in French literature। ਤਾਂ ਕਿਹੜੇ ਪੋਰਸ਼ਨ ਦੇ ਵਿੱਚ ਆ ਰਿਹਾ ਹੈ, ਤਾਂ ਚੈੱਕ ਕਰੋਗੇ ਤੁਹਾਡੇ ਕੋਲ ਯੂਜ਼ ਕੀਤਾ ਵਰਡ FA। ਤਾਂ ਤੁਹਾਨੂੰ ਕੁਝ ਵਰਡ ਲਿਖਵਾਏ ਗਏ ਸੀ, ਆਪਾਂ ਜਿਵੇਂ ਆਪਾਂ ਲਿਖੇ ਸੀਗੇ AEIO ਨੂੰ, ਤਾਂ ਤੁਹਾਡੇ ਕੋਲੇ ਵੋਵਲ ਸਾਊਂਡ ਦਿੰਦੇ ਹੀ ਦਿੰਦੇ ਆ, ਕੁਝ ਕੌਨਸੋਨੈਂਟ ਹੁੰਦੇ, ਜਿਹਦੇ ਵਿੱਚ ਆਪਾਂ F ਵਰਡ ਲਿਖਿਆ, H ਵਰਡ ਤੁਹਾਡੇ ਕੋਲੇ ਹੈਗਾ L M N, ਆਪਣੇ ਕੋਲ ਕੁਝ X ਜਿਵੇਂ ਸੀਗਾ। ਤਾਂ ਇਸ ਤਰੀਕੇ ਨਾਲ ਤੁਹਾਨੂੰ ਤੁਸੀਂ ਕੁਝ ਕੌਨਸੋਨੈਂਟ ਲਿਖਵਾਏ ਗਏ ਸੀ, ਜਿਨ੍ਹਾਂ ਦੇ ਵਿੱਚ ਤੁਹਾਨੂੰ ਜੇ ਨਾ ਸੀ ਐਬਰੀਵੇਸ਼ਨ ਫਾਰਮ ਦੇ ਵਿੱਚ ਹੀ ਪੜ੍ਹ ਲਓ, ਜਿਵੇਂ ਐਮਏ ਨੂੰ ਐਮਏ ਹੀ ਪੜ੍ਹਿਆ ਜਾ ਰਿਹਾ, ਮਾਸਟਰ ਵਰਡ ਨਹੀਂ, ਤੁਸੀਂ ਇਹਨੂੰ ਮਤਲਬ ਸਿੰਪਲ ਕਹਿ ਲਓ, ਐਕਸਟੈਂਡ ਕਰਕੇ ਨਹੀਂ ਪੜ੍ਹ ਰਹੇ, ਸ਼ਾਰਟ ਫਾਰਮ ਦੇ ਵਿੱਚ ਹੀ ਪੜ੍ਹ ਰਹੇ ਹੋ। ਤਾਂ ਤੁਹਾਡੇ ਕੋਲ ਇਹਨਾਂ ਦੇ ਨਾਲ ਕੀ ਯੂਜ਼ ਕੀਤਾ ਜਾਂਦਾ ਹੈ, ਐਨ ਆਰਟੀਕਲ ਯੂਜ਼ ਕੀਤਾ ਜਾਂਦਾ ਹੈ। ਸੋ ਇਹਦੇ ਨਾਲ ਐਨ ਯੂਜ਼ ਕੀਤਾ ਜਾਏਗਾ, ਬਿਕਾਜ਼ ਆਪਾਂ ਐਮਏ ਹੀ ਹੈ ਜਿਹੜਾ ਇਹਨੂੰ ਪ੍ਰੋਨਾਂਸ ਕਰਦੇ ਹਾਂ। ਸੋ ਸ਼ੀ ਡਿਡ ਐਨ ਐਮਏ ਇਨ ਫ੍ਰੈਂਚ ਲਿਟਰੇਚਰ। ਤੁਹਾਡੇ ਕੋਲ ਇਹ ਆਂਸਰ ਹੋਣਾ ਚਾਹੀਦਾ ਸੀ, ਬੀ ਕੁਐਸਚਨ ਦੇ ਵਿੱਚ ਐਰਰ ਸੀ, ਬੀ ਹੈ ਜਿਹੜਾ ਤੁਸੀਂ ਠੀਕ ਕਰੋਗੇ। ਹਾਂਜੀ, ਤਾਂ ਇਹ ਤੁਹਾਡਾ ਆਂਸਰ
सारे नालों पहला तो तुसीं ये जिहड़ा कंसैप्ट नूं क्लीयर जरूर करना है कि जे तुहाडे कोले वर्ड यूज़ कीता जा रिहा एम.ए इहनूं तुसीं एब्रीविएशन फॉर्म च ही पढ़ रहे हो मतलब एम.ए नूं एम.ए ही पढ़िया जा रिहा है तो फिर तुहाडा ये आंसर सही होएगा एन एज तुसीं यूज़ करोगे बट सिमिलरली तुहाडे कोल एफ.आई.आर वर्ड होंदा है एफ.आई.आर एफ साउंड काहदी आ रही है वोवल साउंड है तो तुसीं एन दा यूज़ कर लोगे जे तुसीं पढ़ रहे हो एफ.आई.आर बट जे तुसीं एफ नूं फर्स्ट वर्ड करके पढ़ रहे हो बिकॉज़ एफ.आई.आर दा मीनिंग होता है फर्स्ट इन्फॉर्मेशन रिपोर्ट सो फर्स्ट वर्ड करके पढ़िया जा रहा है मतलब एक्सटेंड करके पढ़िया जा रहा है तो फिर ਉਹਦੇ ਤਾਂ ਤੁਹਾਡੇ ਕੋਲ ਇਹ ਵੋਵਲ ਸਾਊਂਡ ਨਹੀਂ ਦੇ ਰਿਹਾ ਫॉर ਦੀ ਜਿਹੜੀ ਸਾਊਂਡ ਤੁਹਾਡੇ ਕੋਲ ਆ ਰਹੀ ਹੈ ਤੁਸੀਂ ਤੁਹਾਡੇ ਕੋਲ ਕੀ ਆ ਜਾਏਗਾ ਫਰਸਟ ਇਨਫੋਰਮੇਸ਼ਨ ਰਿਪੋਰਟ ਔਰ ਫਰਸਟ ਇਨਫੋਰਮੇਸ਼ਨ ਰਿਪੋਰਟ ਤੁਸੀਂ ਯੂਜ਼ ਕਰੋਗੇ ਜੇ ਤੁਹਾਨੂੰ ਇਹ ਐਬਰੀਵੇਸ਼ਨ ਫਾਰਮ ਦੇ ਵਿੱਚ ਹੀ ਹੈ ਜਿਵੇਂ ਐਫ ਆਈ ਆਰ ਹੈ ਤਾਂ ਤੁਸੀਂ ਇਹਨੂੰ ਵੀ ਯੂਜ਼ ਕਰੋਗੇ ਐਨ ਆਰਟੀਕਲ ਦੇ ਨਾਲ ਯੂਜ਼ ਕਰੋਗੇ ਸੋ ਸ਼ੀ ਡਿਡ ਐਨ ਐਮ ਏ ਇਨ ਫ੍ਰੈਂਚ ਲਿਟਰੇਚਰ ਤੁਹਾਡੇ ਕੋਲ ਕੀ ਆਨਸਰ ਆਏਗਾ ਵੀ ਕੁਐਸਚਨ ਦੇ ਵਿੱਚ ਐਰਰ ਨੈਕਸਟ 10 ਨੰਬਰ ਕੁਐਸਚਨ ਜੋ ਤੁਸੀਂ ਸੋਲਵ ਕਰਨਾ ਹੈ ਅਗੇਨ ਚੈੱਕ ਕਰੋ ਕਿਹੜੇ ਕੁਐਸਚਨ ਦੇ ਵਿੱਚ ਐਰਰ ਹੈ ਦੇਖੋ ਜੀ ਲਾਸਟ ਸਮਰ ਮਾਈ ਫਰੈਂਡਸ ਐਂਡ ਆਈ ਟਰੈਵਲਡ ਟੂ ਦਾ ਸਪੇਨ ਤਾਂ ਹੁਣ ਇੱਥੇ ਤੁਸੀਂ ਦੇਖੋ ਕਿਹੜੇ ਵਰਡ ਦੇ ਵਿੱਚ ਕਿਹੜੇ ਲੈਟਰ ਦੇ ਵਿੱਚ ਜਾਂ ਕਿਹੜੇ ਪੋਰਸ਼ਨ ਦੇ ਵਿੱਚ ਐਰਰ ਹੈ ਐਰਰ ਹੈ ਤੁਹਾਡੀ ਸੀ ਪੋਰਸ਼ਨ ਹੈ ਜਿਹੜਾ ਰੌਂਗ ਯੂਜ਼ ਕੀਤਾ ਹੋਇਆ ਸੀ ਪਾਰਟ ਦੇ ਵਿੱਚ ਤੁਹਾਡੀ ਐਰਰ ਹੈ ਤੇ ਕੀ ਐਰਰ ਹੈ ਚੈੱਕ ਕਰਿਆ ਤੁਸੀਂ ਦੇਖੋਗੇ ਆਪਾਂ ਜਦੋਂ ਪਿੱਛੇ ਕਨਸੈਪਟ ਕੀਤਾ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਜਦੋਂ ਆਪਾਂ ਕਿਸੇ ਕੰਟਰੀ ਦਾ ਨੇਮ ਲਿਖ ਰਹੇ ਹਾਂ ਕਿਸੇ ਸਿਟੀ ਦਾ ਨੇਮ ਲਿਖ ਰਹੇ ਹਾਂ ਤਾਂ ਉਹਨਾਂ ਦੇ ਨਾਲ ਕੀ ਹੁੰਦਾ ਹੈ ਜ਼ੀਰੋ ਆਰਟੀਕਲ ਯੂਜ਼ ਕੀਤਾ ਜਾਂਦਾ ਹੈ ਤਾਂ ਐਕਸੈਪਸ਼ਨਲ ਕੇਸ ਤੁਹਾਨੂੰ ਕਰਵਾਏ ਗਏ ਸੀ ਜਿਵੇਂ ਆਪਾਂ ਵਰਡ ਫਿਲੀਪੀਨਸ ਯੂਜ਼ ਕਰ ਰਹੇ ਹਾਂ ਫਿਲੀਪੀਨਸ ਤੁਹਾਡੇ ਕੋਲ ਇੱਥੇ ਸੀ ਆਂਸਰ ਹੈ ਇਸ ਵਾਰ ਕੁਐਸਚਨ ਦਾ ਫਿਲੀਪੀਨਸ ਦੇ ਨਾਲ ਤੁਹਾਡੇ ਕੋਲ ਦਾ ਯੂਜ਼ ਕੀਤਾ ਜਾਂਦਾ ਫਿਲੀਪੀਨਸ ਦੇ ਨਾਲ ਆਰਟੀਕਲ ਦਾ ਯੂਜ਼ ਕੀਤਾ ਜਾਂਦਾ ਸਿਮਿਲਰਲੀ ਤੁਸੀਂ ਯੂਨਾਈਟਿਡ ਸਟੇਟਸ ਦਾ ਲਿਖ ਰਹੇ ਹੋ ਤਾਂ ਯੂਨਾਈਟਿਡ ਸਟੇਟਸ ਇਹਦੇ ਨਾਲ ਆਰਟੀਕਲ ਦਾ ਯੂਜ਼ ਕੀਤਾ ਜਾਂਦਾ ਇਹ ਕੁਝ ਐਕਸੈਪਸ਼ਨਸ ਨੇ ਸਿਮਿਲਰਲੀ ਤੁਹਾਡੇ ਕੋਲ ਤਾਂ ਯੂਨਾਈਟਿਡ ਕਿੰਗਡਮ ਆਪਾਂ ਯੂਜ਼ ਕਰ ਰਹੇ ਹਾਂ ਯੂਨਾਈਟਿਡ ਕਿੰਗਡਮ ਤਾਂ ਇਹ ਕੁਝ ਕੁ ਵਰਡ ਨੇ ਜਿਹੜੇ ਕਿ ਤੁਹਾਡੇ ਕੋਲੇ ਕੁਝ ਕੁ ਸਟੇਟਸ ਦੇ ਨੇਮ ਨੇ ਜਿਨ੍ਹਾਂ ਦੇ ਨਾਲ ਆਰਟੀਕਲ ਦਾ ਯੂਜ਼ ਕੀਤਾ ਜਾਂਦਾ ਅਦਰਵਾਈਜ਼ ਤੁਸੀਂ ਕਿਸੇ ਵੀ ਕੰਟਰੀ ਦੇ ਨਾਲ ਜਿਵੇਂ ਦਾ ਇੰਡੀਆ ਨਹੀਂ ਹੁੰਦਾ ਇੰਡੀਆ ਹੀ ਤੁਸੀਂ ਯੂਜ਼ ਕਰੋਗੇ ਦਾ ਚਾਈਨਾ ਨਹੀਂ ਹੁੰਦਾ ਚਾਈਨਾ ਹੀ ਯੂਜ਼ ਕੀਤਾ ਜਾਂਦਾ ਹੈ ਸੋ ਆਰਟੀਕਲ ਦਾ ਯੂਜ਼ ਜਿਹੜਾ ਤੁਸੀਂ ਯੂਜ਼ ਨਹੀਂ ਕਰਦੇ ਹੁਣ ਇੱਥੇ ਸਪੇਨ ਵਰਡ ਲਿਖਿਆ ਹੈ ਸਪੇਨ ਕੀ ਕੰਟਰੀ ਦਾ ਨੇਮ ਹੈ ਇਹਦੇ ਨਾਲ ਆਰਟੀਕਲ ਦਾ ਯੂਜ਼ ਨਹੀਂ ਹੋਏਗਾ ਸੀ ਵਾਰਡ ਦੇ ਵਿੱਚ ਤੁਹਾਡੇ ਕੋਲੇ ਐਰਰ ਸੀ ਤਾਂ ਤੁਹਾਨੂੰ ਐਕਸੈਪਸ਼ਨਲ ਕੇਸਿਸ ਆ ਜਿਹੜੇ ਲਿਖਵਾਏ ਹੋਏ ਆ ਜਦੋਂ ਆਪਾਂ ਕਲਾਸ ਕੀਤੀ ਹੈ ਤਾਂ ਜਿਨ੍ਹਾਂ ਨੇ ਨਹੀਂ ਕੀਤੇ ਤਾਂ ਪਲੀਜ਼ ਪਹਿਲਾਂ ਕਲਾਸ ਅਟੈਂਡ ਕਰਕੇ ਤੁਸੀਂ ਆਪਣੇ ਕਨਸੈਪਟ ਕਲੀਅਰ ਕਰੋ ਤਾਂ ਜਿਹੜਾ ਤੁਸੀਂ ਆਪਣੀ ਪ੍ਰੈਕਟਿਸ ਕੁਐਸਚਨ ਹੈ ਜਿਹੜੇ ਉਹ ਲਗਾਉਣੇ ਅੱਗੇ ਤੁਹਾਡੇ ਕੋਲ 11 ਨੰਬਰ ਕੁਐਸਚਨ ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਆ ਰਿਹਾ ਹੈ ਆਪਾਂ ਡਿਸਕਸ ਕਰਦੇ ਹਾਂ ਕਿ ਕੀ ਹੈ ਜਿਹੜਾ ਆਨਸਰ ਹੋਏਗਾ I drank the cup of coffee but the coffee was cold ਹੁਣ ਕੀ ਕਿਹੜੇ ਪਾਰਟ ਦੇ ਵਿੱਚ ਚੱਲ ਰਿਹਾ ਹੁਣ ਆਪਾਂ ਜਦੋਂ ਵੀ ਸੈਂਟੈਂਸ ਕੀਤਾ ਇੱਥੇ ਤੁਹਾਡੇ ਕੋਲ ਆਨਸਰ ਕੀ ਹੋਏਗਾ ਪਹਿਲਾਂ ਤਾਂ ਆਨਸਰ ਚੈੱਕ ਕਰ ਲਓ ਇਹ ਪਾਰਟ ਵਿੱਚ ਤੁਹਾਡੀ ਐਰਰ ਹੈ ਹੁਣ ਐਰਰ ਕੀ ਹੈ ਤੇ ਤੁਹਾਨੂੰ ਦੱਸਿਆ ਗਿਆ ਸੀ ਕਿ ਜਦੋਂ ਵੀ ਤੁਹਾਡੇ ਕੋਲ ਆਰਟੀਕਲ ਆਨ ਹੈ ਏ ਐਨ ਤੇ ਇਹਨਾਂ ਦੇ ਵਿੱਚ ਇੱਕ ਡਿਫਰੈਂਸ ਜਦੋਂ ਆਪਾਂ ਡੈਫੀਨੇਸ਼ਨ ਕੀਤੀ ਹੈ ਤਾਂ ਤੁਹਾਨੂੰ ਇਹ ਕਨਸੈਪਟ ਕਰਵਾਇਆ ਗਿਆ ਸੀਗਾ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਹਿਲੀ ਵਾਰ ਇੰਟਰੋਡਿਊਸ ਕਰਵਾ ਰਹੇ ਹੋ ਫਸਟ ਇੰਟਰੋਡਿਊਸ ਕਰਵਾ ਰਹੇ ਹੋ फर्स्ट इंट्रोडक्शन किसी चीज की दे रहे हो तो तुसी की यूज कर रहे हो इनडेफिनेट आर्टिकल यूज कर रहे हो ए और एन ਦੇ ਵਿੱਚ ਜਿਹੜਾ ਆਰਟੀਕਲ ਯੂਜ਼ ਕੀਤਾ ਜਾਂਦਾ ਹੈ ਬਟ ਜੇ ਕਿਸੇ ਚੀਜ਼ ਨੂੰ ਤੁਸੀਂ ਦੁਬਾਰਾ ਸੈਂਟੈਂਸ ਦੇ ਵਿੱਚ ਯੂਜ਼ ਕਰ ਰਹੇ ਹੋ ਮਤਲਬ ਪਹਿਲਾਂ ਇੰਟਰੋਡਕਸ਼ਨ ਉਹਦੀ ਹੋ ਚੁੱਕੀ ਹੈ ਦੁਬਾਰਾ ਤੁਸੀਂ ਸੈਂਟੈਂਸ ਦੇ ਵਿੱਚ ਯੂਜ਼ ਕਰ ਰਹੇ ਹੋ ਤਾਂ ਤੁਸੀਂ ਡੈਫੀਨਿਟ ਆਰਟੀਕਲ ਦਾ ਯੂਜ਼ ਕਰਨਾ ਉਹ ਕਰਨਾ ਹੁੰਦਾ ਸੈਕੰਡ ਥਰਡ ਟਾਈਮ ਜਦ ਤੁਸੀਂ ਸਿੰਪਲ ਕਦੋਂ ਵੀ ਕਹਿ ਸਕਦੇ ਹੋ ਰਿਪੀਟ ਕੀਤਾ ਜਾ ਰਿਹਾ ਉਸੇ ਵਰਡ ਨੂੰ ਤਾਂ ਤੁਸੀਂ ਆਰਟੀਕਲ ਦਾ ਯੂਜ਼ ਜਿਹੜਾ ਉਹ ਕਰਨਾ ਹੁੰਦਾ ਤਾਂ ਇੱਥੇ ਦੇਖੋ ਆਈ ਡਰੈਂਕ ਦਾ ਕੱਪ ਆਫ ਕਾਫੀ ਬਟ ਦਾ ਕਾਫੀ ਵਾਸ ਕੋਲਡ ਹੁਣ ਗੱਲ ਕੀਤੀ ਹੋ ਗਈ ਕਾਫੀ ਦੀ ਪਹਿਲੀ ਵਾਰ ਤੁਸੀਂ ਸਿੰਪਲ ਕੀ ਕਿਹਾ ਉਹਨੂੰ ਇੰਟਰੋਡਿਊਸ ਕਰਵਾਇਆ ਕਿ ਤੁਸੀਂ ਕਾਫੀ ਦਾ ਇੱਕ ਕੱਪ ਪੀਤਾ ਇੱਥੇ ਤੁਹਾਡੇ ਕੋਲ ਆਰਟੀਕਲ ਦਾ ਨਹੀਂ ਆਏਗਾ ਕੀ ਆਏਗਾ ਅ ਕੱਪ ਆਫ ਕਾਫੀ ਤੁਸੀਂ ਯੂਜ਼ ਕਰੋਗੇ ਸੈਕਿੰਡ ਤੁਹਾਡੇ ਕੋਲ ਯੂਜ਼ ਕੀਤਾ ਤੁਸੀਂ ਆਰਟੀਕਲ ਦਾ ਕਾਫੀ ਬਿਕਾਜ਼ ਤੁਸੀਂ ਕਾਫੀ ਨੂੰ ਪਹਿਲਾਂ ਇੰਟਰੋਡਿਊਸ ਕਰਵਾ ਚੁੱਕੇ ਹੋ ਸੈਕਿੰਡ ਟਾਈਮ ਹੈ ਜਿਹੜਾ ਤੁਸੀਂ ਰਿਪੀਟ ਕਰ ਰਹੇ ਹੋ ਤਾਂ ਤੁਸੀਂ ਇੱਥੇ ਯੂਜ਼ ਕਰੋਗੇ ਆਰਟੀਕਲ ਦਾ ਜੋ ਕਿ ਸਹੀ ਯੂਜ਼ ਕੀਤਾ ਪਹਿਲੀ ਵਾਰ ਤੁਸੀਂ ਯੂਜ਼ ਕਰਨਾ ਹੁੰਦਾ ਆਰਟੀਕਲ ਏ ਜਾਂ ਫਿਰ ਐਂਡ ਹੁਣ ਇੱਥੇ ਤੁਹਾਡੇ ਕੋਲ ਵੋਵਲ ਸਾਊਂਡ ਨਹੀਂ ਹੈ ਤਾਂ ਏ ਯੂਜ਼ ਕੀਤਾ ਜਾਏਗਾ ਐਂਡ ਦਾ ਯੂਜ਼ ਨਹੀਂ ਹੋਏਗਾ ਇਹ ਕੁਐਸਚਨ ਦੇ ਵਿੱਚ ਐਰਰ ਸੀ ਤੇ ਐਰਰ ਵੀ ਕੀ ਹੈ ਤੁਹਾਡੀ ਤੁਸੀਂ ਮਾਰਕ ਕਰ ਲਈ ਹੈ I drank a cup of coffee, but the coffee was cold. 12 number question अभी देखो केड़े पार्ट ਦੇ ਵਿੱਚ ਆ ਰਿਹਾ ਹੈ I saw a old man walking in the park. ਕਿਹੜੇ ਪਾਰਟ ਦੇ ਵਿੱਚ ਆ ਰਿਹਾ ਹੈ A B C or D ਤੁਹਾਡਾ ਆਨਸਰ ਕੀ ਹੋਏਗਾ ਇੱਥੇ ਹਾਂਜੀ ਆਨਸਰ ਆਈ ਥਿੰਕ ਤੁਸੀਂ ਮਾਰਕ ਕਰ ਲਿਆ ਹੋਣਾ ਹੈ ਤਾਂ ਇੱਥੇ ਆਨਸਰ ਹੈ ਤੁਹਾਡਾ B ਤੇ B ਤੁਹਾਡਾ ਇਸ ਕੁਐਸਚਨ ਦਾ ਆਨਸਰ ਹੈ ਤਾਂ ਕੀ ਤੁਹਾਡੇ ਕੋਲ ਕੀ ਜਿਹੜੀ ਸਿੰਪਲ ਕਹਿ ਲਓ ਐਰਰ ਹੈ ਕਿਹੜੀ ਐਰਰ ਹੈ ਤੁਹਾਡੀ B ਕੁਐਸਚਨ ਦੇ ਵਿੱਚ ਤਾਂ ਚੈੱਕ ਕਰੋ I saw a old man ਇੱਥੇ ਤੁਹਾਡੇ ਕੋਲ old word ਯੂਜ਼ ਕੀਤਾ ਸਾਊਂਡ ਕਾਦੀ ਆ ਰਹੀ ਹੈ ਵੋਵਲ ਸਾਊਂਡ ਹੈ
वर्ड ਦੇ ਵਿੱਚ ਕੀ ਸਾਊਂਡ ਆ ਰਹੀ ਹੈ ਤੁਹਾਡੇ ਕੋਲ ਵੋਵਲ ਸਾਊਂਡ ਆ ਰਹੀ ਹੈ ਤੇ ਵੋਵਲ ਸਾਊਂਡ ਦੇ ਵਿੱਚ ਤੁਹਾਡੇ ਕੋਲ ਆਰਟੀਕਲ ਹੁੰਦਾ ਹੈ ਐਂਡ ਦਾ ਯੂਜ਼ ਕੀਤਾ ਜਾਂਦਾ ਹੈ ਇਹ ਦਾ ਯੂਜ਼ ਤੁਸੀਂ ਨਹੀਂ ਕਰਦੇ ਸੋ ਇੱਥੇ ਆਉਣਾ ਚਾਹੁੰਦੇ ਸੀ ਐਨ ਓਲਡ ਮੈਨ ਉਹ ਓਲਡ ਮੈਨ ਹੈ ਜਿਹੜਾ ਤੁਹਾਡਾ ਰੌਂਗ ਹੈ ਚੈੱਕ ਕਰੋ ਤੇ ਆਨਸਰ ਹੈ ਜਿਹੜਾ ਤੁਹਾਡਾ ਬੀ ਇੱਥੇ ਹੋਏਗਾ ਆਈ ਸੌ ਐਨ ਓਲਡ ਮੈਨ ਵਾਕਿੰਗ ਇਨ ਦਾ ਪਾਰਕ ਨੈਕਸਟ ਕੁਐਸਚਨ ਹੈ ਜੀ ਬਹੁਤ ਈਜ਼ੀ ਨੇ ਜੇ ਤੁਸੀਂ ਆਰਟੀਕਲ ਦੇ ਕਨਸੈਪਟ ਧਿਆਨ ਦੇ ਨਾਲ ਸੁਣੇ ਹੋਏ ਲਾਸਟ 3 ਕਲਾਸਿਸ ਦੇ ਵਿੱਚ ਤਾਂ ਤੁਹਾਡੇ ਕੋਲੇ ਜਿਹੜਾ 4th ਕਲਾਸ ਜੋ ਕਿ ਤੁਹਾਡੀ ਪ੍ਰੈਕਟਿਸ ਕਲਾਸ ਹੈ ਇਹਦੇ ਸਾਰੇ ਕੁਐਸਚਨ ਤੁਸੀਂ ਈਜ਼ੀਲੀ ਜਿਹੜਾ ਸੋਲਵ ਕਰ ਸਕਦੇ ਹੋ 13 ਕੁਐਸਚਨ ਦੇ ਵਿੱਚ ਕਿਹੜੀ ਐਰਰ ਹੈ ਤੁਸੀਂ ਫਾਈਂਡ ਆਊਟ ਕਰਨੀ ਹੈ he is not rich so he cannot afford to buy a expensive house ਹਾਂਜੀ ਤੇ ਕੀ ਐਰਰ ਹੈ ਸੀ ਪੋਰਸ਼ਨ ਦੇ ਵਿੱਚ ਤੁਹਾਡੀ ਇੱਥੇ ਐਰਰ ਹੈ ਸੀ ਪਾਰਟ ਤੁਹਾਡਾ ਗਲਤ ਯੂਜ਼ ਕੀਤਾ ਹੋਇਆ ਹੈ ਤੇ ਕੀ ਐਰਰ ਹੈ ਚੈੱਕ ਕਰੋ ਤੁਸੀਂ ਯੂਜ਼ ਕੀਤਾ ਵਰਡ ਐਕਸਪੈਂਸਿਵ ਸਾਊਂਡ ਕਾਦੀ ਆ ਰਹੀ ਹੈ ਅਗੇਨ ਵਾਵਲ ਸਾਊਂਡ ਵਾਵਲ ਸਾਊਂਡ ਐਕਸਪੈਂਸਿਵ ਐਕਸਪੈਂਸਿਵ ਉਹਦੀ ਸਾਊਂਡ ਪਹਿਲਾਂ ਆਈ ਹੈ ਐਕਸਪੈਂਸਿਵ ਸੋ ਤੁਸੀਂ ਕੀ ਯੂਜ਼ ਕਰੋਗੇ ਵਾਵਲ ਸਾਊਂਡ ਦੇ ਲਈ ਆਰਟੀਕਲ ਐਨ ਦਾ ਯੂਜ਼ ਕਰੋਗੇ ਏ ਦਾ ਯੂਜ਼ ਨਹੀਂ ਹੁੰਦਾ ਐਨ ਐਕਸਪੈਂਸਿਵ ਯੂਜ਼ ਹੋਣਾ ਚਾਹੀਦਾ ਸੀ ਰੋਂਗ ਹੈ ਸੀ ਪਾਰਟ ਦੇ ਵਿੱਚ ਐਰਰ ਸੀ आई होप क्लियर होएगा हाँ जी तो 40 नंबर क्वेश्चन अगेन चेक करोगे केड़े क्वेश्चन ਦੇ ਵਿੱਚ ਐਰਰ ਹੈ ਤੇ ਕਰੈਕਟ ਕਰੋਗੇ the rice is the favorite food of the bengalis डी क्वेश्चन ਹੈ ਤੁਹਾਡਾ नो ਐਰਰ ਤੇ ਦੇਖੋ ਕਿਹੜੇ क्वेश्चन ਦੇ ਵਿੱਚ ਤੁਹਾਡੀ ਇੱਥੇ ਐਰਰ ਹੈ ਤੇ ਜਦੋਂ ਤੁਹਾਨੂੰ ਕਰਵਾਇਆ ਗਿਆ ਸੀ ਜ਼ੀਰੋ ਆਰਟੀਕਲ ਵਾਲਾ ਰੂਲ ਤਾਂ ਉੱਥੇ ਤੁਹਾਨੂੰ ਦੱਸਿਆ ਗਿਆ ਸੀ ਕਿ ਜ਼ੀਰੋ ਆਰਟੀਕਲ ਦਾ ਯੂਜ਼ ਕੀਤਾ ਜਾਂਦਾ ਹੈ ਬਿਫੋਰ ਐਬਸਟ੍ਰੈਕਟ ਨਾउन ਬਿਫੋਰ ਮਟੀਰੀਅਲ ਨਾउन्स ਬਿਫੋਰ ਅਨਕਾਊਂਟੇਬਲ ਨਾउन्स ਤੇ ਬਿਫੋਰ ਤੁਹਾਡੇ ਕੋਲੇ ਨੇਮ ਆਫ ਡੇਜ਼ ਮੰਥਸ ਸੀਜ਼ਨਸ ਤੁਸੀਂ ਕੀ ਕਰਨਾ ਹੁੰਦਾ ਜ਼ੀਰੋ ਆਰਟੀਕਲ ਦਾ ਯੂਜ਼ ਕਰਨਾ ਹੁੰਦਾ ਹੁਣ ਇੱਥੇ ਦੇਖੋ ਤੁਹਾਡੇ ਕੋਲੇ ਰਾਈਸ ਵਰਡ ਯੂਜ਼ ਕੀਤਾ ਹੋਇਆ ਰਾਈਸ ਕੀ ਹੈ ਰਾਈਸ ਇੱਥੇ ਕੀ ਹੈ ਰਾਈਸ ਤੇ ਇੱਥੇ ਇੱਕ ਮਟੀਰੀਅਲ ਨੇਮ ਹੈ ਬਿਕਾਜ਼ ਰਾਈਸ ਇੱਕ ਸਿੰਪਲ ਕਹਿ ਲਓ ਚੌਲਾਂ ਦੀ ਗੱਲ ਕੀਤੀ ਜਾ ਰਹੀ ਹੈ ਬਟ ਇੱਥੇ ਜੇ ਤੁਸੀਂ ਰਾਈਸ ਯੂਜ਼ ਕਰ ਲੈਂਦੇ ਵੈਰਾਈਟੀ ਦੱਸਣ ਵਾਸਤੇ ਕਿਸੇ ਚੀਜ਼ ਦੀ ਜਾਂ ਕਿਸੇ ਚੀਜ਼ ਦੀ ਕੁਆਲਿਟੀ ਦੱਸਣ ਵਾਸਤੇ ਫਿਰ ਉੱਥੇ ਤੁਸੀਂ ਆਰਟੀਕਲ ਦਾ ਯੂਜ਼ ਜਿਹੜਾ ਕਰ ਸਕਦੇ ਦਾ ਰਾਈਸ ਆਫ ਇੰਡੀਆ ਕਹਿ ਦਿੰਦੇ ਜਿਵੇਂ ਤੇ ਤੁਸੀਂ ਉਹ ਸਹੀ ਸੀਗਾ ਤੁਹਾਡੇ ਕੋਲੇ ਤਾਂ ਰਾਈਸ ਆਫ ਬੰਗਾਲ ਤੁਸੀਂ ਕਹਿ ਸਕਦੇ ਫਿਰ ਤੁਹਾਡੇ ਕੋਲੇ ਦਾ ਯੂਜ਼ ਕੀਤਾ ਜਾ ਸਕਦਾ ਸੀ ਬਟ ਅਦਰਵਾਈਜ਼ ਕੇਸਸ ਦੇ ਵਿੱਚ ਤੁਸੀਂ ਜਿਹੜਾ ਆਰਟੀਕਲ ਦਾ ਯੂਜ਼ ਨਹੀਂ ਕਰਦੇ ਬਿਕਾਜ਼ ਮਟੀਰੀਅਲ ਨਾਮ ਦੇ ਨਾਲ ਤੁਹਾਡੇ ਕੋਲੇ ਆਰਟੀਕਲ ਦਾ ਯੂਜ਼ ਨਹੀਂ ਕੀਤਾ ਜਾਂਦਾ ਜਿਹੜੇ ਮਟੀਰੀਅਲ ਨਾਮ ਹੁੰਦੇ ਆ ਉਹ ਤੁਹਾਡੇ ਕੋਲ ਯੂਜ਼ ਹੁੰਦੇ ਆ ਵਿਦ ਜ਼ੀਰੋ ਆਰਟੀਕਲ ਜ਼ੀਰੋ ਆਰਟੀਕਲ ਦਾ ਯੂਜ਼ ਕੀਤਾ ਜਾਂਦਾ ਹੈ ਮਟੀਰੀਅਲ ਨਾਮ ਦੇ ਨਾਲ ਤਾਂ ਤੁਹਾਡੇ ਕੋਲ ਆਨਸਰ ਕੀ ਆਏਗਾ ਇਹ ਕੁਐਸਚਨ ਦੇ ਵਿੱਚ ਐਰਰ ਸੀ ਯੂਜ਼ ਕਰੋਗੇ ਰਾਈਸ ਇਜ਼ ਦਾ ਫੇਵਰੇਟ ਫੂਡ ਆਫ ਬੰਗਾਲੀਜ਼ ਤਾਂ ਇਹ ਸੀ ਤੁਹਾਡਾ ਆਨਸਰ ਹਾਂਜੀ ਤਾਂ ਹੁਣ ਇੱਥੇ ਕਿਤੇ ਕਿਸੇ ਨੇ ਇਹ ਵਾਲੀ ਹੀ ਮਾਰਕ ਨਹੀਂ ਕੀਤਾ ਬੰਗਾਲੀਜ਼ ਦੇ ਨਾਲ ਆਰਟੀਕਲ ਦਾ ਯੂਜ਼ ਕੀਤਾ ਹੋਇਆ ਕਿਤੇ ਇਹ ਵਾਲਾ ਨਾ ਤੁਸੀਂ ਐਰਰ ਕਰ ਦਿਓ ਕਿ ਦਾ ਬੰਗਾਲੀਜ਼ ਨਹੀਂ ਆਏਗਾ ਇੱਥੇ ਤੁਹਾਡੇ ਕੋਲੇ ਬੰਗਾਲ ਵਰਡ ਨਹੀਂ ਯੂਜ਼ ਕੀਤਾ ਹੋਇਆ ਬੰਗਾਲ ਦਾ ਤੁਹਾਡੇ ਕੋਲੇ ਸਿੰਪਲ ਤੁਸੀਂ ਕਹਿ ਸਕਦੇ ਸਟੇਟ ਦਾ ਨਾਮ ਹੈ ਤਾਂ ਉਸ ਤੋਂ ਪਹਿਲਾਂ ਦਾ ਬੰਗਾਲ ਤੁਸੀਂ ਯੂਜ਼ ਨਹੀਂ ਕਰੋਗੇ ਬਟ ਇੱਥੇ ਬੰਗਾਲੀਜ਼ ਯੂਜ਼ ਕੀਤਾ ਹੈ ਤਾਂ ਬੰਗਾਲੀਜ਼ ਇੱਥੇ ਕਿਹਦੇ ਵਾਸਤੇ ਯੂਜ਼ ਕੀਤਾ ਹੋਇਆ ਉੱਥੋਂ ਦੇ ਰੈਜ਼ੀਡੈਂਟਸ ਦੇ ਲਈ ਯੂਜ਼ ਕੀਤਾ ਹੋਇਆ ਫਾਰ ਐਗਜ਼ਾਮਪਲ ਜਿਵੇਂ ਆਪਾਂ ਤਾਂ ਇੰਡੀਅਨਸ ਕਹਿ ਦਿੰਦੇ ਹਾਂ ਨਾ ਸਿਮਿਲਰਲੀ ਤੁਹਾਡੇ ਕੋਲੇ ਦੀ ਇੰਗਲਿਸ਼ ਕਿਹਾ ਜਾਂਦਾ ਦੀ ਇੰਗਲਿਸ਼ ਇੱਥੇ ਇੰਗਲਿਸ਼ ਦਾ ਮਤਲਬ ਤੁਹਾਡੇ ਕੋਲੇ ਲੈਂਗੁਏਜ ਨਹੀਂ ਹੈ ਦਾ ਇੰਗਲਿਸ਼ ਦਾ ਮਤਲਬ ਇੰਗਲਿਸ਼ ਪੀਪਲ ਨੇ ਜਿਹੜੇ ਦਾ ਡੱਚ ਵਰਡ ਯੂਜ਼ ਕਰਦੇ ਆ ਆਪਾਂ ਤਾਂ ਇਹ ਕਿਵੇਂ ਤੁਹਾਡੇ ਕੋਲੇ ਆਰਟੀਕਲ ਯੂਜ਼ ਕੀਤਾ ਜਾਂਦਾ ਬਿਫੋਰ ਆਪਣੇ ਕੋਲੇ ਕਿਸੇ ਵੀ ਪਰਸਨ ਨੂੰ ਦੱਸਣ ਵਾਸਤੇ ਵੀ ਉਹ ਕਿੱਥੋਂ ਦਾ ਜਿਵੇਂ ਦਾ ਇੰਗਲਿਸ਼ ਮਤਲਬ ਕੀ ਹੋ ਗਿਆ ਤੁਹਾਡੇ ਕੋਲੇ ਅੰਗਰੇਜ਼ ਹੋਵੇ ਤਾਂ ਬੰਗਾਲੀ ਮਤਲਬ ਬੰਗਾਲ ਦੇ ਲੋਕ ਹੋਣ ਠੀਕ ਹੈ ਤੇ ਜਿੱਥੋਂ ਦੇ ਬਸਟੀਕ ਹੋਣ ਤਾਂ ਉਹਨਾਂ ਵਾਸਤੇ ਆਰਟੀਕਲ ਆਪਾਂ ਦਾ ਯੂਜ਼ ਕਰ ਸਕਦੇ ਹਾਂ ਸੀ ਪੋਰਸ਼ਨ ਦੇ ਵਿੱਚ ਕਿਸੇ ਨੇ ਐਰਰ ਮਾਰਕ ਨਹੀਂ ਕਰਨੀ ਇਹ ਕੁਐਸਚਨ ਸੀ ਜਿਹੜਾ ਤੁਹਾਡਾ ਰੌਂਗ ਸੀ ਹਾਂਜੀ ਤਾਂ ਨੈਕਸਟ ਕੁਐਸਚਨ ਹੈ 15 ਨੰਬਰ ਕੁਐਸਚਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਦੈਨ ਆਪਾਂ ਦੇਖਦੇ ਹਾਂ ਵੀ ਕਿਹੜੇ ਕੁਐਸਚਨ ਦੇ ਵਿੱਚ ਸਾਡੀ ਇੱਥੇ ਐਰਰ ਹੋਏਗੀ Handle. The question here, it is written in Gita that God incarnates himself in times of trouble. ਚੈੱਕ ਕਰੋ ਕਿਹੜੇ ਪੋਰਸ਼ਨ ਦੇ ਵਿੱਚ ਐਰਰ ਹੈ ਤਾਂ ਤੁਸੀਂ ਚੈੱਕ ਕਰੋਗੇ ਤਾਂ ਤੁਹਾਨੂੰ ਦੱਸਿਆ ਗਿਆ ਸੀ ਕਿ ਜਦੋਂ ਆਪਾਂ ਕਿਸੇ ਇਹੋ ਜਿਹੀ ਹੋਲੀ ਬੁੱਕ ਦਾ ਨਾਮ ਲੈ ਰਹੇ ਹਾਂ ਕਿਸੇ ਹੋਲੀ ਚੀਜ਼ ਦਾ ਗੱਲ ਕਰ ਰਹੇ ਹਾਂ ਜਿਵੇਂ ਦਾ ਹਰਮੰਦਰ ਸਾਹਿਬ ਆਪਾਂ ਗਿਆ ਦਾ ਗੀਤਾ ਆਪਾਂ ਗਿਆ ਦਾ ਕੁਰਾਨ ਆਪਾਂ ਕਹਿਤਾ ਦਾ ਹਰਮੰਦਰ ਸਾਹਿਬ ਜਿਹਨੂੰ ਕਹਿ ਰਿਹਾ ਤਾਂ ਆਪਣੇ ਸਿਰਫ ਕੋਈ ਵੀ ਇਹੋ ਜਿਹਾ ਵਰਡ ਜਿਹੜਾ ਕਿ ਆਪਣੇ ਕੋਲ ਕੀ ਹੈ ਸਪੈਸੀਫਿਕ ਹੈ ਜਿਵੇਂ ਗੀਤਾ ਗੀਤਾ ਕੀ ਇੱਕ ਹੋਲੀ ਬੁੱਕ ਦਾ ਨੇਮ ਹੈ ਦਾ ਹਰਮੰਦਰ ਸਾਹਿਬ ਕੀ ਇੱਕ ਹੋਲੀ ਪਲੇਸ ਦਾ ਨੇਮ ਹੈ ਆਪਾਂ ਸਿੰਪਲ ਵਰਡ ਆ ਜਿਹੜੇ ਯੂਜ਼ ਕਰਦੇ ਹਾਂ ਉਹਨਾਂ ਆਰਟੀਕਲ ਦਾ ਯੂਜ਼ ਕੀਤਾ ਜਾਂਦਾ ਹੈ ਬਿਕੋਜ਼ ਇਹ ਕੀ ਤੁਹਾਡੇ ਕੋਲ ਸਪੈਸੀਫਿਕ ਨੇ ਹਾਂਜੀ ਤਾਂ ਹੁਣ ਗੀਤਾ ਕੀ ਇੱਕ ਹੋਲੀ ਬੁੱਕ ਹੈ ਇਹਦੇ ਨਾਲ ਕੀ ਹੋਣਾ ਚਾਹੀਦਾ ਸੀ ਆਰਟੀਕਲ ਦਾ ਯੂਜ਼ ਜਿਹੜਾ ਹੋਣਾ ਚਾਹੀਦਾ ਸੀ ਇਸ ਕੁਐਸਚਨ ਦੇ ਵਿੱਚ ਅਗੇਨ ਤੁਹਾਡੀ ਐਰਰ ਹੈ ਤੁਸੀਂ ਟਿਕ ਕਰੋਗੇ ਇਹ ਵਾਰਡ ਦੇ ਵਿੱਚ ਐਰਰ ਹੈ आर्टिकल दा यूज किया जाएगा गीता तो पहला इट इज रिटन द गीता दैट गॉड इनकार्नेट्स हिमसेल्फ इन टाइम्स ऑफ ट्रबल सो ये है जेड़ा ਤੁਹਾਡੇ ਕੋਲੇ ਆਨਸਰ ਹੋਣਾ ਚਾਹੀਦਾ ਹੈ ਚੈੱਕ ਕਰੋਗੇ ਆਪਣੇ ਕਨਸੈਪਟ ਹੈ ਜਿਹੜੇ ਉਹ ਜ਼ਰੂਰ ਰਿਵਾਈਜ਼ ਕਰੋਗੇ ਹਾਂਜੀ ਅੱਗੇ 16 ਨੰਬਰ ਕੁਐਸਚਨ ਅਗੇਨ ਚੈੱਕ ਕਰੋ ਕਿਹੜੇ ਕੁਐਸਚਨ ਦੇ ਵਿੱਚ ਐਰਰ ਹੈ ਦੈਨ ਆਪਾਂ ਜਿਹੜੇ ਆਨਸਰ ਡਿਸਕਸ ਕਰਦੇ ਹਾਂ ਦੇਖੋ ਜੀ
क्वेश्चन क्या है, मैनी स्टूडेंट्स कम्यूट टू स्कूल बाय द बस। मैनी स्टूडेंट्स कम्यूट टू स्कूल बाय द बस। ਤਾਂ ਹੁਣ ਆਪਾਂ ਅੱਜ ਦੀ ਕਲਾਸ ਦੇ ਵਿੱਚ ਹੀ ਇੱਕ ਕੁਐਸਚਨ ਕੀਤਾ ਸੀ ਉਹ ਬਾਈਸਾਈਕਲ ਵਾਲਾ, ਬਾਈ ਉਹ ਬਾਈਸਾਈਕਲ। ਜੇ ਕਿਸੇ ਨੇ ਧਿਆਨ ਦਿੱਤਾ ਹੋਵੇ ਤਾਂ ਉੱਥੇ ਆਪਣੇ ਕੋਲੇ ਕੀ ਸੀਗਾ, ਯੂਜ਼ ਕੀਤਾ ਹੋਇਆ ਆਰਟੀਕਲ ਉਹ ਰੋਂਗ ਸੀ, ਬਿਕਾਜ਼ ਜਦੋਂ ਤੁਸੀਂ ਯੂਜ਼ ਕਰ ਰਹੇ ਹੋ ਕਿਸੇ ਵੀ ਟਰਾਂਸਪੋਰਟੇਸ਼ਨ ਦੇ ਵਹੀਕਲ ਨੂੰ ਟਰਾਂਸਪੋਰਟੇਸ਼ਨ ਦੇ ਲਈ ਹੀ, ਤੇ ਤੁਹਾਡੇ ਕੋਲੇ ਆਰਟੀਕਲ ਯੂਜ਼ ਨਹੀਂ ਕੀਤਾ ਜਾਂਦਾ। ਬਟ ਜੇ ਤੁਹਾਨੂੰ ਉੱਥੇ ਸਿਮਿਲਰ ਮੈਂ ਇੱਕ ਚੀਜ਼ ਹੋਰ ਦੱਸੀ ਸੀ ਕਿ ਜੇ ਤੁਸੀਂ ਕਿਸੇ ਟਰਾਂਸਪੋਰਟੇਸ਼ਨ ਦੇ ਵਹੀਕਲ ਦਾ ਨਾਮ ਲਿਖ ਰਹੇ ਹੋ ਤੇ ਉਹਦਾ ਜਿਹੜਾ ਪਰਪਸ ਉੱਥੇ ਜਿਹੜਾ ਦਿਖਾਇਆ ਜਾ ਰਿਹਾ ਉਹ ਕਿਸੇ ਹੋਰ ਪਰਪਸ ਦੇ ਲਈ ਯੂਜ਼ ਕੀਤਾ ਜਾ ਰਿਹਾ, ਟਰਾਂਸਪੋਰਟੇਸ਼ਨ ਦੇ ਲਈ ਯੂਜ਼ ਨਹੀਂ ਕੀਤਾ ਜਾ ਰਿਹਾ। ਜਿਵੇਂ ਆਪਾਂ ਐਕਸੀਡੈਂਟ ਵਾਸਤੇ ਵਰਡ ਯੂਜ਼ ਕਰ ਲਿਆ, ਬਾਈਸਾਈਕਲ ਨਾਲ ਕਿਸੇ ਦਾ ਐਕਸੀਡੈਂਟ ਹੋ ਗਿਆ, ਬੱਸ ਨਾਲ ਕਿਸੇ ਦਾ ਐਕਸੀਡੈਂਟ ਹੋ ਗਿਆ। ਹੁਣ ਬੱਸ ਦਾ ਮੇਨ ਕੰਮ ਤਾਂ ਤੁਹਾਡੇ ਕੋਲ ਟਰਾਂਸਪੋਰਟੇਸ਼ਨ ਲਈ ਯੂਜ਼ ਕੀਤਾ ਜਾਣਾ, ਐਕਸੀਡੈਂਟ ਕੀ ਹੋਗਾ ਉਹ ਅਲੱਗ ਉਹਦੇ ਤੋਂ ਪਰਪਸ ਤੋਂ ਬਾਹਰ ਚਲਾ ਗਿਆ ਤੇ ਤੁਸੀਂ ਉੱਥੇ ਦਾ ਬਸ ਯੂਜ਼ ਕਰ ਸਕਦੇ ਹੋ। ਹੁਣ ਇੱਥੇ ਤੁਹਾਡੇ ਕੋਲ ਕੀ ਯੂਜ਼ ਕੀਤਾ ਜਾ ਰਿਹਾ, ਮੈਨੀ ਸਟੂਡੈਂਟਸ ਕਮਿਊਟ ਟੂ ਸਕੂਲ ਬਾਏ ਦਾ ਬਸ। ਹੁਣ ਕਮਿਊਟ ਦਾ ਮਤਲਬ ਕੀ ਆ ਗਿਆ, ਤੁਸੀਂ ਟਰਾਂਸਪੋਰਟੇਸ਼ਨ ਲਈ ਯੂਜ਼ ਕਰ ਰਹੇ ਹੋ। ਸੋ ਇੱਥੇ ਤੁਹਾਡੇ ਕੋਲ ਪਤਾ ਲੱਗ ਗਿਆ ਕਿ ਜਿਹੜਾ ਕੋਲ ਹੈ ਟਰਾਂਸਪੋਰਟੇਸ਼ਨ ਦਾ ਵਹੀਕਲ ਆਏਗਾ ਉਹ ਟਰਾਂਸਪੋਰਟੇਸ਼ਨ ਲਈ ਯੂਜ਼ ਕੀਤਾ ਜਾ ਰਿਹਾ। ਆਪਣੇ ਕੋਲ ਵਹੀਕਲ ਦਾ ਨੇਮ ਵੀ ਹੈ ਬੱਸ ਹੈ, ਇਹਦੇ ਨਾਲ ਆਰਟੀਕਲ ਦਾ ਯੂਜ਼ ਨਹੀਂ ਹੋਏਗਾ। ਸੀ ਕੁਐਸਚਨ ਜਿਹੜਾ ਤੁਹਾਡਾ ਹੈ ਤੁਸੀਂ ਸੀ ਹੈ ਜਿਹੜਾ ਉਹ ਮਾਰਕ ਕਰੋਗੇ। ਆਈ ਹੋਪ ਕਲੀਅਰ ਹੋਏਗਾ ਕੰਸੈਪਟ ਆਫ ਅੱਜ ਦੀ ਕਲਾਸ ਦੇ ਵਿੱਚ ਹੀ ਹੈ ਜਿਹੜਾ ਇਹ ਡਿਸਕਸ ਕੀਤਾ। ਨੈਕਸਟ ਕੁਐਸਚਨ ਦੇਖੋ ਜੀ 17 ਨੰਬਰ ਕੁਐਸਚਨ, ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਆ ਰਿਹਾ ਹੈ। He went to Mexico and then to USA। ਤਾਂ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹਾਂਜੀ, ਤਾਂ ਹੁਣ ਤੁਹਾਨੂੰ ਦੱਸਿਆ ਗਿਆ ਸੀ ਬੇਸਿਕਲੀ ਦੇਖਿਆ ਜਾਵੇ ਤਾਂ ਆਪਾਂ ਸਿਟੀਜ਼ ਤੇ ਕੰਟਰੀਜ਼ ਦੇ ਨੇਮ ਤੋਂ ਪਹਿਲਾਂ ਜਿਹੜਾ ਆਰਟੀਕਲ ਦਾ ਯੂਜ਼ ਨਹੀਂ ਕਰਦੇ, ਜ਼ੀਰੋ ਆਰਟੀਕਲ ਯੂਜ਼ ਕੀਤਾ ਜਾਂਦਾ। ਬਟ ਤੁਹਾਡੇ ਕੋਲ ਐਕਸੈਪਸ਼ਨਲ ਕੇਸਸ ਕੀ ਹੈ, ਜਿਵੇਂ ਦ ਯੂਨਾਈਟਿਡ ਸਟੇਟਸ, ਇਹ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਦ ਯੂਨਾਈਟਿਡ ਸਟੇਟਸ, ਦ ਫਿਲੀਪੀਨਸ, ਤਾਂ ਉਹਨਾਂ ਦੇ ਨਾਲ ਤੁਹਾਡੇ ਕੋਲ ਆਰਟੀਕਲ ਦਾ ਯੂਜ਼ ਹੋ ਜਾਂਦਾ ਤੇ ਆਰਟੀਕਲ ਕੀ ਹੁੰਦਾ ਹੈ ਦਾ। ਹੁਣ ਇੱਥੇ USA ਮੀਨਿੰਗ ਹੁੰਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ, ਇਹਨਾਂ ਆਰਟੀਕਲ ਕੀ ਹੁੰਦਾ ਦਾ USA ਦਾ UK, ਇਹਨਾਂ ਨਾਲ ਜਾਏਗਾ ਆਰਟੀਕਲ ਦਾ ਯੂਜ਼ ਕੀਤਾ ਜਾਏਗਾ। ਸੀ ਪੋਰਸ਼ਨ ਦੇ ਵਿੱਚ ਕੀ ਕੋਈ ਐਰਰ ਹੈ, ਦਾ USA ਦਾ UK, ਇਹ ਤੁਸੀਂ ਸੁਣਿਆ ਹੋਣਾ ਇਹਨਾਂ ਦੇ ਨਾਲ ਉਹਨਾਂ ਦਾ ਆਰਟੀਕਲ ਦਾ ਜਿਹੜਾ ਉਹ ਯੂਜ਼ ਕੀਤਾ ਜਾਂਦਾ। ਧਿਆਨ ਰੱਖੋ। ਹਾਂਜੀ, ਤਾਂ ਸੀ ਪੋਰਸ਼ਨ ਹੈ ਜਿਹੜਾ ਤੁਹਾਡਾ ਐਰਰ ਸੀ ਦੇ ਵਿੱਚ ਤੁਸੀਂ ਐਰਰ ਮਾਰਕ ਕਰਨੀ। ਅੱਗੇ ਜੀ 18 ਨੰਬਰ ਕੁਐਸਚਨ ਚੈੱਕ ਕਰੋ ਕਿਹੜੇ ਕੁਐਸਚਨ ਦੇ ਵਿੱਚ ਐਰਰ ਹੈ। As soon as the teacher entered, everyone fell in a silence। ਹਾਂਜੀ, ਦਾ ਆਨਸਰ ਆ ਗਿਆ ਹੋਏਗਾ ਕਿਹੜੇ ਕੁਐਸਚਨ ਚ ਐਰਰ ਹੈ, ਸੀ ਕੁਐਸਚਨ ਦੇ ਵਿੱਚ ਤੁਹਾਡੀ ਐਰਰ ਕੀ ਐਰਰ ਹੈ। ਤਾਂ ਤੁਸੀਂ ਚੈੱਕ ਕਰੋਗੇ ਕਿ ਤੁਹਾਨੂੰ ਕਰਵਾਇਆ ਗਿਆ ਸੀ ਜ਼ੀਰੋ ਆਰਟੀਕਲ ਦਾ ਯੂਜ਼ ਬਿਫੋਰ ਜੇ ਤੁਹਾਡੇ ਕੋਲ ਯੂਜ਼ ਕੀਤਾ ਜਾ ਰਿਹਾ ਕੋਈ ਐਬਸਟ੍ਰੈਕਟ ਨਾਮ। ਹੁਣ ਸਾਇਲੈਂਸ ਵਰਡ ਹੈ, ਕਿ ਸਾਇਲੈਂਸ ਨੂੰ ਤੁਸੀਂ ਟੱਚ ਕਰਕੇ ਦੇਖ ਸਕਦੇ ਹੋ, ਕੋਈ ਕੀਤਾ ਜਾ ਸਕਦਾ। ਸਾਇਲੈਂਸ ਵਰਡ ਹੈ ਜਿਹੜਾ ਤੁਹਾਡੇ ਕੋਲ ਅਨਕਾਊਂਟੇਬਲ ਨਾਉਨ ਹੈ। ਅਗਰ ਤੁਸੀਂ ਦੇਖੋਗੇ ਇਹ ਕੀ ਇੱਕ ਐਬਸਟ੍ਰੈਕਟ ਨਾਉਨ ਹੈ। ਜਿਹੜੀ ਚੀਜ਼ ਨੂੰ ਸਿੰਪਲ ਤੁਸੀਂ ਮਹਿਸੂਸ ਕਰ ਸਕਦੇ ਹੋ, ਟੱਚ ਨਹੀਂ ਕਰ ਸਕਦੇ, ਤਾਂ ਤੁਸੀਂ ਕੀ ਕਰ ਦਿੰਦੇ ਹੋ ਆਪਣਾ ਐਬਸਟ੍ਰੈਕਟ ਨਾਉਨ ਦੀ ਕੈਟੇਗਰੀ 'ਚ ਰੱਖਿਆ ਜਾਂਦਾ ਹੈ। ਤੇ ਸਾਇਲੈਂਸ ਕੀ ਹੈ, ਐਬਸਟ੍ਰੈਕਟ ਨਾਉਨ ਹੈ, ਐਬਸਟ੍ਰੈਕਟ ਨਾਉਨ ਹੈ। जब ਜੇ ਅਨਕਾਊਂਟੇਬਲ ਕਹਿਣਾ ਚਾਹੋ ਤਾਂ ਤੁਸੀਂ ਅਨਕਾਊਂਟੇਬਲ ਵੀ ਕਹਿ ਸਕਦੇ ਹੋ, ਕਿਉਂਕਿ ਸਾਇਲੈਂਸ ਹੈ ਕਦੇ ਵੀ ਨਾਪੀ ਜਾਂ ਤੋਲੀ ਨਹੀਂ ਜਾ ਸਕਦੀ। ਸੋ ਤੁਸੀਂ ਕੀ ਕਰੋਗੇ, ਐਬਸਟ੍ਰੈਕਟ ਨਾਉਨ ਦੇ ਨਾਲ ਆਰਟੀਕਲ ਦਾ ਯੂਜ਼ ਨਹੀਂ ਕਰੋਗੇ, ਆਰਟੀਕਲ ਯੂਜ਼ ਹੋਏਗਾ ਬਿਲਕੁਲ ਜ਼ੀਰੋ। So ਇਹਦਾ ਯੂਜ਼ ਨਹੀਂ ਹੋਣਾ। as soon as the teacher entered everyone fell in silence ਅਗਰ ਤੁਸੀਂ ਯੂਜ਼ ਕਰੋਗੇ। ਸੀ ਕੁਐਸਚਨ ਦੇ ਵਿੱਚ ਐਰਰ ਸੀ ਬਿਕਾਜ਼ ਸਾਇਲੈਂਸ ਦੇ ਨਾਲ ਤੁਹਾਡੇ ਕੋਲ ਜ਼ੀਰੋ ਆਰਟੀਕਲ ਦਾ ਯੂਜ਼ ਜਿਹੜਾ ਉਹ ਹੋਣਾ ਚਾਹੀਦਾ। आई होप कंसेप्ट क्लियर है। 18 नंबर क्वेश्चन ਤੁਹਾਡਾ ਡਨ ਹੈ। ਹਾਂਜੀ, ਤਾਂ ਨੈਕਸਟ ਦੇਖੋ 19 ਨੰਬਰ क्वेश्चन ਅਗੇਨ ਸੋਲਵ ਕਰੋ। ਦੇਖੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ। the gold is a precious metal क्वेश्चन ਹੈ। ਪਾਰਟ ਨੇ ਤੁਹਾਡੇ ਕੋਲੇ 4 ਪਾਰਟਸ ਨੇ, ਚੈੱਕ ਕਰੋਗੇ ਕਿਹੜੇ ਪੋਰਸ਼ਨ ਦੇ ਵਿੱਚ ਤੁਹਾਡੀ ਐਰਰ। आंसर क्या आएगा ए ਦੇ ਵਿੱਚ ਤੁਹਾਡੀ ਐਰਰ ਹੈ। ਹੁਣ ਐਰਰ ਕੀ ਹੈ ਚੈੱਕ ਕਰੋ। 골ਡ ਕੀ ਹੈ, 골ਡ ਕੀ ਚੀਜ਼ ਦੇ ਲਈ ਯੂਜ਼ ਕੀਤਾ ਜਾਣ ਵਾਲਾ, 골ਡ ਇੱਕ ਮਟੀਰੀਅਲ ਨੇਮ, 골ਡ ਕੀ ਇੱਕ ਮਟੀਰੀਅਲ ਨੇਮ ਹੈ ਤੇ ਮਟੀਰੀਅਲ ਨੇਮ ਦੇ ਨਾਲ ਆਰਟੀਕਲ ਹੈ ਜਿਹੜੇ ਯੂਜ਼ ਨਹੀਂ ਹੁੰਦੇ। ਜਦੋਂ ਆਰਟੀਕਲ ਦਾ ਯੂਜ਼ ਹੈ ਜਿਹੜਾ ਆਪਾਂ ਕਰਦੇ ਹਾਂ ਤਾਂ ਤੁਹਾਡੇ ਕੋਲੇ ਜਿਹੜਾ ਯੂਜ਼ ਕੀਤਾ ਹੋਇਆ ਆਰਟੀਕਲ ਦਾ ਹੈ ਇਹ ਰੋਂਗ ਹੈ। ਆਂਸਰ ਹੋਣਾ ਚਾਹੀਦਾ ਹੈ 골ਡ ਇਜ਼ ਅ ਪ੍ਰੀਸ਼ੀਅਸ ਮੈਟਲ। ਦਾ 골ਡ ਦਾ ਯੂਜ਼ ਇੱਥੇ ਨਹੀਂ ਹੋਏਗਾ। ਇਹ ਕੁਐਸਚਨ ਸੀ ਜਿਹੜਾ ਤੁਹਾਡਾ ਆਂਸਰ ਤੁਸੀਂ ਮਾਰਕ ਕਰਨਾ ਸੀ। ਹਾਂਜੀ, ਤਾਂ 20 ਨੰਬਰ ਕੁਐਸਚਨ ਅਗੇਨ ਲਾਸਟ ਕੁਐਸਚਨ ਹੈ। देखो किहड़े पार्ट दे विच एरर है। Suman opened a almirah full of books and took one of them for reading। ਤਾਂ ਆਪਾਂ ਚੈੱਕ ਕੀਤਾ ਕਿ ਆਪਣੇ ਕੋਲ ਇੱਥੇ ਯੂਜ਼ ਕੀਤਾ ਹੋਇਆ ਵਰਡ ਉਹ ਆਰਟੀਕਲ ਯੂਜ਼ ਕੀਤਾ ਹੈ, ਕਿਤੋਂ ਪਹਿਲਾਂ ਯੂਜ਼ ਕੀਤਾ ਅਲਮੀਰਾ ਤੋਂ। ਅਲਮੀਰਾ ਦੇ ਸਪੈਲਿੰਗ ਦੇ ਵਿੱਚ ਦੇਖੋ ਤਾਂ ਤੁਸੀਂ ਇਹ ਕੀ ਦੇ ਰਿਹਾ ਹੈ, ਦੇਖੋ ਬੋਵਲ ਸਾਊਂਡ ਦੇ ਰਿਹਾ।
ਵੋਵਲ ਸਾਊਂਡ ਅਲਮੀਰਾ ਉਹਦੀ ਸਾਊਂਡ ਜਿਹੜੀ ਤੁਹਾਡੇ ਕੋਲ ਆ ਰਹੀ ਹੈ ਵੋਵਲ ਸਾਊਂਡ ਆ ਰਹੀ ਹੈ ਤੇ ਵੋਵਲ ਸਾਊਂਡ ਦੇ ਨਾਲ ਆਰਟੀਕਲ ਕੀ ਯੂਜ਼ ਹੁੰਦਾ ਹੁੰਦਾ ਐਂਡ ਦਾ ਯੂਜ਼ ਕੀਤਾ ਜਾਂਦਾ ਇਹਦਾ ਯੂਜ਼ ਨਹੀਂ ਕੀਤਾ ਜਾਂਦਾ ਸੋ ਇਹ ਪੋਰਸ਼ਨ ਹੈ ਜਿਹੜਾ ਤੁਹਾਡਾ ਰੋਂਗ ਹੈ ਇਹ ਪਾਰਟ ਨੂੰ ਤੁਸੀਂ ਟਿਕ ਕਰਨਾ ਸੀ someone opened an almira full of books and took one of them for reading ਸੋ ਇਹ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ ਤੇ ਤੁਸੀਂ ਮਾਰਕ ਕਰਨਾ ਸੀ ਇਹਦੇ ਵਿੱਚ ਤੁਹਾਡੀ ਐਰਰ ਹੈ ਤਾਂ ਇਹਦੇ ਨਾਲ ਇਹ ਜਿਹੜਾ ਤੁਹਾਡੇ 20 ਕੁਐਸਚਨ ਆਪਾਂ ਡਿਸਕਸ ਕੀਤੇ ਆ ਫਿਰ 20 ਆਪਣੇ ਕੋਲ ਸੇਮ ਤੁਸੀਂ ਕਹਿ ਸਕਦੇ ਹੋ 20 ਰੂਲਸ ਨੂੰ ਆਪਾਂ ਰਿਵਾਈਜ਼ ਕੀਤਾ ਹੈ ਜਿਹਦੇ ਵਿੱਚ ਤੁਹਾਡੇ ਕੋਲ ਹਰ ਇੱਕ ਕੁਐਸਚਨ ਨੂੰ ਪੂਰੇ ਧਿਆਨ ਦੇ ਨਾਲ ਆਪਾਂ ਚੈੱਕ ਕੀਤਾ ਕਿਹੜਾ ਆਪਣੇ ਕੋਲ ਰੂਲ ਉਹਦੇ ਵਿੱਚ ਅਪਲਾਈ ਹੋ ਰਿਹਾ ਸੀ ਕਿਸ ਤਰੀਕੇ ਨਾਲ ਤੁਸੀਂ ਐਰਰ ਫਾਈਂਡ ਆਊਟ ਕਰਨੀ ਹੈ ਤੇ ਤੁਹਾਨੂੰ ਜਿਹੜਾ ਐਰਰ ਸਪੌਟਿੰਗ ਤੇ ਐਰਰ ਡਿਟੈਕਸ਼ਨ ਦਾ ਕੁਐਸਚਨ ਜਿਹੜਾ ਸੋਲਵ ਕਰਨਾ ਆਈ ਹੋਪ ਤੁਹਾਨੂੰ ਜਿਹੜਾ ਸਮਝ ਆ ਗਿਆ ਹੋਵੇਗਾ ਕਿਸ ਤਰੀਕੇ ਨਾਲ ਤੁਸੀਂ ਜਿਹੜੇ ਐਰਰ ਡਿਟੈਕਸ਼ਨ ਕਰਨੀ ਹੈ ਜਾਂ ਐਰਰ ਪ੍ਰੋਡਕਸ਼ਨ ਦਾ ਜੇ ਤੁਹਾਨੂੰ ਕੁਐਸਚਨ ਪੁੱਛਿਆ ਜਾ ਰਿਹਾ ਤਾਂ ਤੁਸੀਂ ਕਿਵੇਂ ਜਿਹੜਾ ਐਰਰ ਕਰੈਕਟ ਕਰਨਾ ਹੁਣ ਇਹ ਤੁਹਾਡੀ ਜਿਹੜੀ ਸੀ ਕਲਾਸ ਪ੍ਰੈਕਟਿਸ ਕਲਾਸ ਸੀ ਆਰਟੀਕਲਸ ਦੀ ਆਰਟੀਕਲ ਦਾ ਟੌਪਿਕ ਆਪਾਂ ਪਿੱਛੇ 3 ਕਲਾਸਿਸ ਦੇ ਵਿੱਚ ਆ ਜਿਹੜੇ ਜਿੰਨੇ ਵੀ ਕਨਸੈਪਟ ਸੀ ਤੁਹਾਡੇ ਇੰਪੋਰਟੈਂਟ ਟੌਪਿਕ ਸੀ ਆਪਾਂ ਡਿਸਕਸ ਕਰ ਚੁੱਕੇ ਸੀ ਅੱਜ ਦੀ ਪ੍ਰੈਕਟਿਸ ਕਲਾਸ ਦੇ ਨਾਲ ਤੁਹਾਡੇ ਉਹਨਾਂ ਕਨਸੈਪਟ ਨੂੰ ਰਿਵਾਈਜ਼ ਕਰਵਾਇਆ ਗਿਆ ਤਾਂ ਜਿਹੜਾ ਵੀ ਕਿਸੇ ਵੀ ਕੁਐਸਚਨ ਦੇ ਵਿੱਚ ਜੇ ਤੁਹਾਨੂੰ 20 ਦੇ 20 ਕੁਐਸਚਨ ਦੇ ਵਿੱਚੋਂ ਕਿਸੇ ਵੀ ਕੁਐਸਚਨ ਦੇ ਵਿੱਚ ਡਾਊਟ ਆਉਂਦਾ ਹੈ ਤਾਂ ਤੁਸੀਂ ਇਹ ਜਿਹੜਾ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਜਿਹੜਾ ਹੈ ਉਹ ਲਿਖ ਦੇਣਾ ਤੁਹਾਨੂੰ ਜਿਹੜਾ ਆਨਸਰ ਮਿਲ ਜਾਏਗਾ ਹਾਂਜੀ ਤਾਂ ਆਪਾਂ ਨੈਕਸਟ ਕਲਾਸ ਦੇ ਵਿੱਚ ਹੁਣ ਸਟਾਰਟ ਕਰਾਂਗੇ ਆਪਣਾ ਸਿੰਪਲ ਗ੍ਰਾਮਰ ਦਾ ਕੋਈ ਨਵਾਂ ਟੌਪਿਕ ਜਿਹਦੇ ਵਿੱਚ ਆਪਾਂ ਦੇਖਾਂਗੇ ਗ੍ਰਾਮਰ ਦੇ ਕੁਝ ਰੂਲਸ ਜਿਹਦੇ ਵਿੱਚ ਆਪਣੇ ਕੋਲੇ ਕੋਈ ਨਾ ਕੋਈ ਆਪਾਂ ਸਿੰਪਲ ਕਹਿ ਸਕਦੇ ਹਾਂ ਪਹਿਲਾਂ ਕਲਾਸ ਚੱਲੇਗੀ ਇਸ ਤੋਂ ਬਾਅਦ ਤੁਹਾਡੇ ਕੋਲੇ ਕੋਈ ਪ੍ਰੈਕਟਿਸ ਕਲਾਸ ਹੈ ਜਿਹੜੀ ਆਪਾਂ ਲਗਾਵਾਂਗੇ ਸੋ ਦੈਟ ਤੁਹਾਡੇ ਕਨਸੈਪਟ ਕਲੀਅਰ ਹੋਣ ਸੇਮ ਪੈਟਰਨ ਦੇ ਵਿੱਚ ਤੁਹਾਡੇ ਕੋਲੇ ਅੱਗੇ ਵਾਲੇ ਟੌਪਿਕ ਵੀ ਚੱਲਣਗੇ ਸੋ ਜੋ ਸਟੂਡੈਂਟ ਤੁਹਾਡੇ ਕੋਲੇ ਇਸ ਚੈਨਲ ਦੇ ਉੱਤੇ ਨਿਊ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਜੋ ਤੁਹਾਨੂੰ ਜੇ ਕੋਈ ਨਵੀਂ ਕਲਾਸ ਹੈ ਜਿਹੜੀ ਆਪਣੇ ਕੋਲੇ ਇੱਥੇ ਅਪਲੋਡ ਹੁੰਦੀ ਹੈ ਚੈਨਲ ਦੇ ਉੱਤੇ ਅਪਲੋਡ ਹੁੰਦੀ ਹੈ ਤਾਂ ਤੁਹਾਨੂੰ ਵੀ ਨੋਟੀਫਿਕੇਸ਼ਨ ਮਿਲ ਜਾਏ ਤੇ ਤੁਸੀਂ ਕਲਾਸ ਅਟੈਂਡ ਕਰ ਸਕੋ ਤੇ ਆਪਣੇ ਜਿਹੜੇ ਕਨਸੈਪਟ ਉਹ ਕਲੀਅਰ ਕਰ ਸਕੋ ਹਾਂਜੀ ਤਾਂ ਜੇ ਤੁਹਾਨੂੰ ਕਲਾਸ ਵਧੀਆ ਲੱਗੀ ਹੋਈ ਕੁਐਸਚਨ ਵਧੀਆ ਤਰੀਕੇ ਨਾਲ ਸਮਝ ਆਏ ਹੋਏ ਤਾਂ ਤੁਸੀਂ ਜਿਹੜਾ ਕਲਾਸ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਫਰੈਂਡਸ ਦੇ ਨਾਲ ਜਿਹੜਾ ਸ਼ੇਅਰ ਹੈ ਉਹ ਜ਼ਰੂਰ ਕਰ ਲੈਣਾ तो मिलांगे नेक्स्ट सेशन ਦੇ ਵਿੱਚ ਵਿਦ ਨਿਊ ਟੌਪਿਕ ਆਫ ਗ੍ਰਾਮਰ ਤਾਂ ਦੇਖਾਂਗੇ ਟਰਾਈ ਕਰਾਂਗੇ ਆਈ ਥਿੰਕ ਪ੍ਰੈਪੋਜੀਸ਼ਨ ਦਾ ਜਿਹੜਾ ਆਪਣੇ ਕੋਲ ਟੌਪਿਕ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਨਾ ਹੈ ਤਾਂ ਆਪਣੀਆਂ ਜਿਹੜੀਆਂ ਅਗਲੀਆਂ ਕਲਾਸਿਸ ਹੋਣਗੀਆਂ ਤੇ ਆਪਾਂ ਪ੍ਰੈਕਟਿਸ ਕਲਾਸ ਹੈ ਜਿਹੜੀ ਉਹ ਡਿਸਕਸ ਕਰਾਂਗੇ ਓਕੇ ਜੀ ਤਾਂ ਇਹਦੇ ਨਾਲ ਹੀ ਤੁਹਾਡਾ ਆਰਟੀਕਲ ਦਾ ਕਨਸੈਪਟ ਆਪਾਂ ਕਰ ਰਹੇ ਹਾਂ ਕਲੋਜ਼ ਨੈਕਸਟ ਸੈਸ਼ਨ ਦੇ ਵਿੱਚ ਨਵੇਂ ਟੌਪਿਕ ਨਾਲ ਮਿਲਦੇ ਹਾਂ ਥੈਂਕ ਯੂ